ਹੈਲੋ एवरीवन ਐਂਡ ਵੈਲਕਮ ਬੈਕ ਟੂ ਸਟੱਡੀ ਵਿਦ ਸੁਨੀਲ ਜਿੰਦਲ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਪੋਲਿਟੀ ਦੇ ਚੁਣਵੇਂ ਕੁਐਸਚਨ ਦੇਖਾਂਗੇ ਜਿਹੜੇ ਆਉਣ ਵਾਲੇ ਪੀਪੀਐਸਸੀ ਦੇ ਐਗਜ਼ਾਮ ਦੇ ਵਿੱਚ ਆਪਾਂ ਨੂੰ ਡੈਫੀਨਿਟਲੀ ਹੈਲਪ ਕਰਨਗੇ। ਆਪਾਂ ਜਿਹੜਾ ਡਿਸਕਸ਼ਨ ਹੈ ਕਾਫੀ ਡੀਪਲੀ ਕਰਨ ਵਾਲੇ ਆ, ਤਾਂ ਟਰਾਈ ਕਰਿਓ ਕਿ ਵੀਡੀਓ ਨੂੰ ਐਂਡ ਤੱਕ ਦੇਖੋ, ਕਿਉਂਕਿ ਐਂਡ ਤੱਕ ਦੇਖੋਗੇ ਤਾਂ ਹੀ ਤੁਹਾਨੂੰ ਕੰਪਲੀਟ ਨੌਲੇਜ ਪਤਾ ਲੱਗੇਗੀ ਵੀਡੀਓ ਦੀ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਨਾਲ ਪਹਿਲੇ ਕੁਐਸਚਨ ਦੇ ਨਾਲ। ਅੱਜ ਦਾ ਜਿਹੜਾ ਆਪਣਾ ਪਾਰਟ ਹੈ ਉਹ 7th ਹੈਗਾ। ਇਹ ਤੋਂ ਪਹਿਲਾਂ 6 ਪਾਰਟ ਆ ਚੁੱਕੇ ਨੇ, ਜੇਕਰ ਉਹ ਨਹੀਂ ਦੇਖੇ ਨੇ ਤਾਂ ਪਹਿਲਾਂ ਜਾ ਕੇ ਉਹ ਦੇਖਿਓ, ਕਿਉਂਕਿ ਉਹ ਵੀ ਤੁਹਾਨੂੰ ਕਾਫੀ ਜ਼ਿਆਦਾ ਜੀਕੇ ਦੇ ਵਿੱਚ ਹੈਲਪ ਕਰਨਗੇ। ਸਭ ਤੋਂ ਪਹਿਲਾ ਕੁਐਸਚਨ ਹੈ ਅੱਜ ਦੀ ਵੀਡੀਓ ਦਾ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਕੰਸਰਨ ਵਿਦ ਦਾ ਪੰਚਾਇਤ। ਯਾਨੀ ਕਿ 4 ਆਪਸ਼ਨ ਦਿੱਤੇ ਗਏ ਨੇ ਕਿਹੜਾ ਪੰਚਾਇਤ ਨਾਲ ਡੀਲ ਨਹੀਂ ਕਰਦਾ ਹੈਗਾ। ਜਿਵੇਂ ਸਭ ਤੋਂ ਪਹਿਲਾ ਆਪਸ਼ਨ ਕਹਿ ਰਿਹਾ ਦਾ ਸਟੇਟ ਇਲੈਕਸ਼ਨ ਕਮਿਸ਼ਨ ਵਿਲ ਕੰਡਕਟ ਪੰਚਾਇਤ ਇਲੈਕਸ਼ਨ। ਕਿਉਂਕਿ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਨਾ, ਉਹਦਾ ਕੰਮ ਹੀ ਹੁੰਦਾ ਕਿ ਕੰਸਰਨ ਸਟੇਟ ਦੇ ਵਿੱਚ, ਜਿਵੇਂ ਆਪਾਂ ਗੱਲ ਕਰੀਏ ਪੰਜਾਬ ਦਾ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹ ਪੰਜਾਬ ਦੇ ਲੋਕਲ ਬੋਡੀਜ਼ ਦੇ ਇਲੈਕਸ਼ਨ ਕਰਾਏਗਾ। ਲਾਈਕ ਜਿਵੇਂ ਮੈਂ ਕਹਿ ਲਈ ਪੰਚਾਇਤ ਦੇ ਇਲੈਕਸ਼ਨ ਕਰਵਾਏਗਾ, ਮਿਊਨਿਸਪੈਲਿਟੀਜ਼ ਦੇ ਇਲੈਕਸ਼ਨ ਕਰਵਾਏਗਾ। ਇਹਨਾਂ ਲਈ ਜਿਹੜਾ ਹੈਗਾ ਉਹ ਕੰਮ ਕਰਦਾ। ਜੇਕਰ ਮੈਂ ਸੈਂਟਰ ਦੀ ਗੱਲ ਕਰਾਂ ਕਿ ਨੈਸ਼ਨਲ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਆਪਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹ ਕੀ ਕਰਦਾ ਜੀ, ਜਿਹੜਾ ਲੋਕ ਸਭਾ ਦੇ ਚੁਣਾਵ ਹੋ ਗਏ, ਰਾਜ ਸਭਾ ਹੋ ਗਏ, ਪ੍ਰੈਜ਼ੀਡੈਂਟ ਹੋ ਗਏ ਜੀ, ਸਟੇਟ ਦੇ ਹੋ ਗਏ, ਇਹ ਸਾਰੇ ਹੀ ਚੁਣਾਵ ਹੈ ਜਿਹੜੇ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਦਾ ਹੈ। ਲੇਕਿਨ ਜਿਹੜੇ ਲੋਕਲ ਬੋਡੀਜ਼ ਦੇ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਕਰਦਾ ਹੁੰਦਾ। ਦੈਟ ਮੀਨਸ ਇਹ ਆਪਸ਼ਨ ਤਾਂ ਬਿਲਕੁਲ ਸਹੀ ਹੈ। ਦੈਟ ਮੀਨਸ ਨੋਟ ਕੰਸਰਟ ਪੁੱਛਿਆ ਨਹੀਂ ਕਿ ਗਲਤ ਆਪਸ਼ਨ ਪੁੱਛਿਆ, ਤਾਂ ਇਹ ਤਾਂ ਆਪਣਾ ਆਨਸਰ ਨਹੀਂ ਹੋਵੇਗਾ। ਸੈਕਿੰਡ ਗੱਲ ਕਰਦਾ ਹੈ ਦਾ ਕਨਸਟੀਟਿਊਸ਼ਨ 74th ਅਮੈਂਡਮੈਂਟ ਐਕਟ, ਯਾਨੀ ਕਿ ਜਿਹੜੇ ਪੰਚਾਇਤੀ ਰਾਜ ਸਿਸਟਮ ਆਪਾਂ ਨੂੰ 74th ਅਮੈਂਡਮੈਂਟ ਐਕਟ ਦੇ ਥਰੂ ਮਿਲੇ ਆ। ਇੱਥੇ ਥੋੜ੍ਹੀ ਜਿਹੀ ਗੜਬੜ ਲੱਗ ਰਹੀ ਹੈ ਮੈਨੂੰ, ਕਿਉਂਕਿ ਜੋ 73rd ਹੈ ਨਾ ਉਹ ਪੰਚਾਇਤੀ ਰਾਜ ਨਾਲ ਬਿਲੋਂਗ ਕਰਦਾ ਹੈ, ਅਤੇ ਜਿਹੜਾ 74th ਹੈ ਉਹ ਮਿਊਨਿਸਪੈਲਿਟੀਜ਼ ਨਾਲ ਬਿਲੋਂਗ ਕਰਦਾ ਹੈ। ਤਾਂ ਇਸ ਕੁਐਸਚਨ ਦਾ ਆਨਸਰ ਆਪਾਂ ਨੂੰ ਮਿਲ ਗਿਆ ਕਿ ਆਪਸ਼ਨ ਨੰਬਰ ਬੀ ਜਿਹੜਾ ਹੈਗਾ ਇਜ਼ ਨੋਟ ਕੰਸਰਨਡ ਵਿਦ ਦਾ ਪੰਚਾਇਤ। ਹੁਣ ਆਪਾਂ ਰਹਿੰਦੇ ਹੁੰਦੇ ਕੁਐਸਚਨ ਵੀ ਦੇਖ ਲੈਂਦੇ ਹਾਂ। ਹਾਲਾਂਕਿ ਆਪਾਂ ਨੂੰ ਆਨਸਰ ਤਾਂ ਪਤਾ ਲੱਗ ਗਿਆ, ਲੇਕਿਨ ਆਪਾਂ ਹੋਰ ਆਪਸ਼ਨਸ ਵੀ ਡਿਸਕਸ ਕਰਾਂਗੇ। ਲਾਈਕ ਆਪਸ਼ਨ ਨੰਬਰ ਸੀ ਕਹਿ ਰਿਹਾ ਦੇयर ਸ਼ੈਲ ਬੀ ਏ ਫਿਕਸਡ 5-year ਟਰਮ ਫॉर ਆਲ ਦਾ ਪੰਚਾਇਤ, ਕਿ ਪੰਚਾਇਤ ਦੀ ਜਿਹੜੀ ਟੈਨਿਓਰ ਹੈ ਉਹ 5 ਸਾਲ ਦਾ ਰਹੇਗਾ, ਜੋ ਕਿ ਬਿਲਕੁਲ ਸਹੀ ਹੈ। ਫਿਰ ਗੱਲ ਕਰ ਰਿਹਾ ਫਰੈਸ਼ ਇਲੈਕਸ਼ਨਸ ਵੁੱਡ ਹੈਵ ਟੂ ਬੀ ਹੈਲਡ ਵਿਦਿਨ 6 months ਆਫ ਦਾ ਡਿਸੋਲਿਊਸ਼ਨ ਆਫ ਦਾ ਪੰਚਾਇਤ। ਜੇਕਰ ਪੰਚਾਇਤ ਦਾ ਡਿਸੋਲਿਊਸ਼ਨ ਹੋ ਜਾਂਦਾ, ਯਾਨੀ ਕਿ ਭੰਗ ਹੋ ਜਾਂਦੀ ਹੈ, ਤਾਂ ਉਸ ਕੇਸ ਦੇ ਵਿੱਚ 6 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਇਲੈਕਸ਼ਨ ਹੋਣਗੇ। ਇਹ ਗੱਲ ਬਿਲਕੁਲ ਸਹੀ ਹੈ। ਦੈਟ ਮੀਨਸ ਆਪਸ਼ਨ ਨੰਬਰ ਏ ਸੀ ਡੀ ਜਿਹੜੇ ਨੇ ਉਹ ਕੰਸਰਨ ਕਰਦੇ ਨੇ ਪੰਚਾਇਤ ਨਾਲ। ਆਪਸ਼ਨ ਬੀ ਜਿਹੜਾ ਹੈਗਾ 74th ਅਮੈਂਡਮੈਂਟ ਉਹ ਮਿਊਨਿਸਪੈਲਿਟੀ ਨਾਲ ਕਨੈਕਟ ਕਰਦਾ, ਤਾਂ ਆਪਣਾ ਆਨਸਰ ਵੀ ਆਪਸ਼ਨ ਨੰਬਰ ਬੀ ਹੋ ਜਾਊਗਾ। ਹੈਂਸ ਆਪਸ਼ਨ ਨੰਬਰ ਬੀ। ਹੁਣ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ, ਧਿਆਨ ਨਾਲ ਦੇਖਿਓ, ਕਿਉਂਕਿ 2-3 ਚੀਜ਼ਾਂ ਨੋਟ ਕਰਨ ਵਾਲੀਆਂ ਨੇ, ਅਤੇ ਇਹ ਤਾਂ ਐਗਜ਼ਾਮ ਵਿੱਚ ਪਹਿਲਾਂ ਵੀ ਕੁਐਸਚਨ ਆਇਆ ਹੋਇਆ ਅਤੇ ਕਾਫੀ ਜ਼ਿਆਦਾ ਕਨਫਿਊਜ਼ਿੰਗ ਰਹਿੰਦਾ। ਇਸ ਕਰਕੇ ਮੈਂ ਇਹਨੂੰ ਕਾਫੀ ਜ਼ਿਆਦਾ ਡੀਪਲੀ ਸਮਝਾਉਣਾ ਚਾਹੁੰਦਾ, ਤਾਂ ਪੂਰੀ ਕੰਸਨਟ੍ਰੇਸ਼ਨ ਨਾਲ ਸੁਣਿਓ। ਇਕੱਲੀ ਲਾਈਨ ਨਾ ਬਹੁਤ ਇੰਪੋਰਟੈਂਟ ਰੱਖਦੀ ਇਸ ਕੁਐਸਚਨ ਦੀ। ਅਤੇ ਕੋਈ ਵੀ ਅਗਰ ਮੈਂ ਗੱਲ ਕਰਾਂ ਇੱਕ ਦੇਸ਼ ਹੈਗਾ, ਤਾਂ ਉਹਦੇ ਵਿੱਚ ਨੈਸ਼ਨਲ ਪਾਰਟੀਜ਼ ਵੀ ਹੁੰਦੀਆਂ ਨੇ ਅਤੇ ਕੁਛ ਰੀਜਨਲ ਜਾਂ ਫਿਰ ਸਟੇਟ ਪਾਰਟੀ ਕਹਿੰਦੇ ਜਿਹਨਾਂ ਆਪਾਂ ਨੂੰ ਉਹ ਹੁੰਦੀਆਂ ਨੇ। ਜਿਵੇਂ ਮੈਂ ਨੈਸ਼ਨਲ ਪਾਰਟੀ ਦੀ ਗੱਲ ਕਰਾਂ, ਜਿਵੇਂ ਬੀਜੇਪੀ ਹੋ ਗਿਆ, ਕਾਂਗਰਸ ਹੋ ਗਈ। ਜੇਕਰ ਮੈਂ ਸਟੇਟ ਪਾਰਟੀ ਦੀ ਗੱਲ ਕਰਾਂ, ਜੇਕਰ ਪੰਜਾਬ ਦੀ ਗੱਲ ਕਰਾਂ, ਜਿਵੇਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਇਹ ਕੀ ਹੈ, ਇੱਕ ਸਟੇਟ ਪਾਰਟੀ ਹੈ, ਯਾਨੀ ਕਿ ਪਰਟੀਕੂਲਰ ਕਿਸੇ ਸਟੇਟ ਜਾਂ ਪਰਟੀਕੂਲਰ ਕਿਸੇ ਰੀਜਨ ਦੇ ਲਈ ਹੁੰਦੀਆਂ ਨੇ। ਤਾਂ ਇਹ ਗੱਲ ਪੁੱਛ ਰਿਹਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਇੰਡੀਆ ਦੇ ਵਿੱਚ ਨੈਸ਼ਨਲ ਪਾਰਟੀ ਦਾ ਦਰਜਾ ਕਦੋਂ ਮਿਲੂਗਾ, ਜੇਕਰ ਉਹ ਘੱਟ ਤੋਂ ਘੱਟ ਕਿੰਨੇ ਰਾਜਾਂ ਵਿੱਚੋਂ ਸਟੇਟ ਪਾਰਟੀ ਦਾ ਦਰਜਾ ਮਿਲਿਆ ਹੋਵੇ। ਦੇਖੋ ਮੈਂ ਫਿਰ ਰਿਪੀਟ ਕਰਦਾ, ਇੱਕ ਹੁੰਦਾ ਸਟੇਟ ਪਾਰਟੀ, ਇੱਕ ਹੁੰਦਾ ਨੈਸ਼ਨਲ ਪਾਰਟੀ। ਓਬਵੀਅਸ ਜੀ ਗੱਲ ਹੈ, ਨੈਸ਼ਨਲ ਪਾਰਟੀ ਸਟੇਟ ਪਾਰਟੀ ਨਾਲੋਂ ਵੱਡੀ ਹੁੰਦੀ ਹੈ। ਤਾਂ ਇਹ ਕਹਿ ਰਿਹਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਕਦੋਂ ਮਿਲੂਗਾ, ਜਦੋਂ ਉਹ ਕਿੰਨੇ ਰਾਜਾਂ ਦੇ ਵਿੱਚ ਸਟੇਟ ਪਾਰਟੀ ਅਨਾਊਂਸ ਕੀਤੀ ਜਾਏਗੀ ਜਾਂ ਰਿਕਗਨਾਈਜ਼ ਕੀਤੀ ਜਾਏਗੀ। ਆਈ ਥਿੰਕ ਤੁਹਾਨੂੰ ਕੁਐਸਚਨ ਦਾ ਸਮਝ ਆ ਗਿਆ ਹੋਣਾ। ਹੁਣ ਜਿਹੜੀ ਮੇਨ ਚੀਜ਼ਾਂ ਨੇ ਧਿਆਨ ਰੱਖਣ ਵਾਲੀ ਉਹ ਨੇ ਕਿ ਕਿਸੇ ਵੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਉਦੋਂ ਹੀ ਮਿਲੇਗਾ ਜੇਕਰ 3 ਕੰਡੀਸ਼ਨ ਨੇ ਇਹਦੀ। ਇਫ ਇਟ ਵਿਨਸ 2% ਸੀਟ ਇਨ ਦਾ ਲੋਕ ਸਭਾ ਐਟ ਜਨਰਲ ਇਲੈਕਸ਼ਨ। ਦੇਖੋ ਤੁਹਾਨੂੰ ਪਤਾ ਹੀ ਹੈ, ਹੁਣ ਜਿਵੇਂ ਲੋਕ ਸਭਾ ਦੇ ਇਲੈਕਸ਼ਨ ਲਾਸਟ ਕਦੋਂ ਹੋਏ ਸੀ, 2019 ਦੇ ਵਿੱਚ ਹੋਏ ਸੀਗੇ, ਠੀਕ ਹੈ। ਅਤੇ ਆਪਾਂ ਨੂੰ ਪਤਾ ਹੈ ਟੋਟਲ ਸੀਟ ਲੋਕ ਸਭਾ ਦੀ ਕਿੰਨੇ ਨੇ, 552 ਨੇ। ਹਾਲਾਂਕਿ ਇਲੈਕਸ਼ਨ ਤੋਂ 545 ਲਈ ਹੁੰਦਾ ਹੈ, ਲੇਕਿਨ ਜੇ ਟੋਟਲ ਸੀਟ ਕਾਊਂਟ ਕਰੀਏ ਤਾਂ 552 ਹੈ, ਅਤੇ ਇਹਦਾ 2% ਕਿੰਨਾ ਹੋ ਜਾਊਗਾ, ਜੇਕਰ ਮੈਂ ਮੋਟਾ ਦੇਖਾਂ ਤਾਂ 11 ਸੀਟ ਹੋ ਜਾਣਗੀਆਂ। ਯਾਨੀ ਕਿ ਕਿਸੇ ਵੀ ਇੱਕ ਪਾਰਟੀ ਨੂੰ ਲੋਕ ਸਭਾ ਦੇ ਜਨਰਲ ਇਲੈਕਸ਼ਨ ਦੇ ਵਿੱਚ 2% ਸੀਟਾਂ ਜਿੱਤਣ, ਪਹਿਲੀ ਕੰਡੀਸ਼ਨ ਤਾਂ ਆਹ ਆਏਗੀ, ਠੀਕ ਹੈ, ਯਾਨੀ ਕਿ ਟੋਟਲ 11 ਸੀਟਾਂ ਜਿੱਤਣ। ਅਤੇ ਸੈਕਿੰਡ ਕੰਡੀਸ਼ਨ ਕੀ ਹੈ, ਅਤੇ ਜਿਹੜੀਆਂ 11 ਸੀਟਾਂ ਨੇ ਨਾ ਟੋਟਲ, ਇਹ ਘੱਟੋ ਘੱਟ 3 ਸਟੇਟਾਂ 'ਚ ਹੋਣੀ ਚਾਹੀਦੀਆਂ ਨੇ। ਮੰਨ ਲਓ ਕਿ ਤੁਸੀਂ ਲਾ ਲਓ ਪੰਜਾਬ, ਹਰਿਆਣਾ, ਹਿਮਾਚਲ ਮਿਲਾ ਕੇ ਨਾ ਇਹਨਾਂ ਨੇ ਟੋਟਲ 11 ਸੀਟਾਂ ਜਿੱਤ ਲਈਆਂ। ਫਿਰ ਇਹਨੂੰ ਇਸ ਪਾਰਟੀ ਨੂੰ, ਇਹ ਮਤਲਬ ਸਟੇਟ ਕੋਈ ਵੀ ਸਕਦੇ ਨੇ, ਮੈਂ ਜਾਣਬੁੱਝ ਕੇ ਐਂ ਬੋਲਿਆ ਹੈਗਾ ਤਾਂ ਕਿ ਤੁਸੀਂ ਰਿਲੇਟ ਕਰ ਪਾਓ, ਕਿਉਂਕਿ ਆਪਾਂ ਨੇੜੇ ਤੇੜੇ ਰਹਿੰਦੇ ਹਾਂ ਇਹਦੇ।
ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਤੋਂ ਅੱਡ ਤੋਂ ਕਰਨਗੇ ਤਾਂ ਨਹੀਂ ਉਹਨਾਂ ਨੂੰ ਸਟੇਟਸ ਨਹੀਂ ਮਿਲੂਗਾ, ਉਹਨਾਂ ਨੂੰ ਵੀ ਮਿਲੂਗਾ। ਜਸਟ ਮੈਂ ਇੱਕ ਐਗਜ਼ਾਮਪਲ ਲਈ ਕਹਿ ਰਿਹਾ ਕਿ ਘੱਟੋ ਘੱਟ 3 ਸਟੇਟਾਂ ਵਿੱਚ ਨਾ ਤਿੰਨਾਂ ਦੇ ਮਿਲਾ ਕੇ 11 ਸੀਟਾਂ ਜਿੱਤਣੀ ਚਾਹੀਦੀਆਂ। ਜੇਕਰ ਆਹ ਕੰਮ ਹੋ ਗਿਆ ਜੀ ਤਾਂ ਇੱਕ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਦੇ ਦਿੱਤਾ ਜਾਵੇਗਾ। ਜੇਕਰ ਆਹ ਨਹੀਂ ਹੁੰਦਾ ਤਾਂ ਇੱਕ ਆਪਸ਼ਨ ਹੋਰ ਹੈ। ਆਹ ਕੀ ਹੈ, ਥੋੜ੍ਹਾ ਜਿਹਾ ਲੰਬਾ ਹੈਗਾ, ਇਹ ਵੀ ਦੇਖ ਲੈਂਦੇ ਹਾਂ। ਜੇਕਰ ਉਹ ਜਿੰਨੀ ਵੋਟਾਂ ਪਈਆਂ ਨੇ ਨਾ ਉਹਦਾ 6% ਲੈਣ, ਕਿਹਦੇ ਵਿੱਚ, ਐਨੀ 4 ਔਰ ਮੋਰ ਸਟੇਟ ਆ ਜਨਰਲ ਇਲੈਕਸ਼ਨ ਟੂ ਲੋਕ ਸਭਾ ਔਰ ਲੈਜਿਸਲੇਟਿਵ ਅਸੈਂਬਲੀ। ਮੰਨ ਲਓ ਜਿੰਨੀ ਵੋਟਾਂ ਪਈਆਂ ਨੇ ਇਹਦੇ ਵਿੱਚ ਕੀ ਹੋਊਗਾ, ਮੇਨ ਚੀਜ਼ ਦੇਖਣ ਵਾਲੀ 4 ਸਟੇਟ ਨੇ ਕਿ 4 ਜਾਂ 4 ਤੋਂ ਵੱਧ ਸਟੇਟਾਂ ਦੇ ਵਿੱਚ। ਗੱਲ ਨੋਟ ਕਰਨ ਵਾਲੀ ਇਹ ਵੀ ਹੈ ਕਿ ਲੋਕ ਸਭਾ ਦੇ ਚੁਣਾਵ ਵੀ ਹੋ ਸਕਦੇ ਨੇ, ਰਾਜ ਸਭਾ ਜਿਹੜੀ ਵਿਧਾਨ ਸਭਾ, ਜਿਵੇਂ ਹੁਣ ਪੰਜਾਬ 'ਚ ਹੋਈ ਸੀ ਨਾ ਵਿਧਾਨ ਸਭਾ ਦੇ, ਉਵੇਂ ਵੀ ਹੋ ਸਕਦੇ ਨੇ। ਉਹਦੇ ਵਿੱਚ ਘੱਟੋ ਘੱਟ 6% ਜਿਹੜੀ ਵੋਟਾਂ ਨੇ ਉਹ ਗੈਟ ਕਰਨ। ਅਤੇ ਨਾਲ ਛੋਟੀ ਜਿਹੀ ਕੰਡੀਸ਼ਨ ਕੀ ਹੈ, ਜਿਵੇਂ ਇੱਥੇ ਸੀਗਾ ਕਿ 11 ਸੀਟਾਂ ਚਾਹੀਦੀਆਂ ਨੇ, ਇੱਥੇ ਘੱਟੋ ਘੱਟ 4 ਸੀਟਾਂ ਚਾਹੀਦੀਆਂ ਨੇ। ਠੀਕ ਹੈ, ਹਲਕਾ ਡਿਫਰੈਂਸ ਹੈ। ਬਸ ਡਿਫਰੈਂਸ ਕੀ ਸੀਗਾ, ਇੱਕ ਤਾਂ ਇੱਥੇ 2% ਸੀਟ ਯਾਨੀ ਕਿ 11 ਹੋ ਗਈਆਂ, ਇੱਥੇ ਕੀ ਹੈ 6% ਜਿਹੜਾ ਵੈਲਿਡ ਵੋਟ ਦਾ ਹੈਗਾ ਅਤੇ 4 ਸਟੇਟਾਂ ਦੇ ਵਿੱਚ ਜ਼ਰੂਰੀ ਹੁੰਦਾ। ਆਹੀ ਥੋੜ੍ਹਾ ਜਿਹਾ ਨਾ ਕਨਫਿਊਜ਼ਿੰਗ ਜਿਹਾ ਕ੍ਰੀਏਟ ਕਰਦਾ, ਲੇਕਿਨ ਫਿਰ ਵੀ ਮੈਂ ਟਰਾਈ ਕੀਤਾ ਕਿ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦੇਵਾਂ ਇਹਨੂੰ। ਅਤੇ ਤੀਜਾ ਆਪਸ਼ਨ ਕਿਹੜਾ ਹੈ ਜਿਹੜਾ ਇਸ ਕੁਐਸਚਨ ਦਾ ਆਨਸਰ ਹੈ, ਉਹ ਹੈਗਾ ਕਿ ਜੇਕਰ ਇੱਕ ਪਾਰਟੀ ਨੂੰ 4 ਸਟੇਟਾਂ ਦੇ ਵਿੱਚ ਸਟੇਟ ਪਾਰਟੀ ਦਾ ਦਰਜਾ ਮਿਲ ਜਾਵੇ, ਉਹ ਜਿਹੜੀ ਹੈ ਨੈਸ਼ਨਲ ਪਾਰਟੀ ਬਣ ਜਾਂਦੀ ਹੈ। ਤਾਂ ਇਸ ਕੁਐਸਚਨ ਦਾ ਆਨਸਰ ਕੀ ਹੋਏਗਾ, 4 ਸਟੇਟ। ਆਹ ਆਪਸ਼ਨ ਇੱਥੇ ਵੀ ਸੀਗਾ ਜੀ, 4 ਔਰ ਮੋਰ ਸਟੇਟ। ਅਤੇ ਗੱਲ ਦਾ ਧਿਆਨ ਰੱਖਣਾ, ਇੱਥੇ ਵੀ 4 ਹੈ, ਇੱਥੇ ਵੀ 4 ਹੈ। ਜੇ ਤੁਸੀਂ ਚਾਹੋ ਤਾਂ ਕੋਈ ਟ੍ਰਿਕ ਬਣਾ ਸਕਦੇ ਹੋ ਇਹਦੀ, ਠੀਕ ਹੈ ਨਾ, ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਕਿ ਜਿਵੇਂ ਇੱਥੇ 2 ਹੈ, ਇੱਥੇ 6 ਹੈ, ਸਾਰੇ ਹੀ ਈਵਨ ਨੰਬਰ ਨੇ। ਜੇਕਰ ਤੁਹਾਡੇ 'ਚ ਹੈਗਾ ਦਿਮਾਗ ਤੁਸੀਂ ਟ੍ਰਿਕ ਬਣਾ ਸਕਦੇ ਹੋ, ਕਿਉਂਕਿ ਐਗਜ਼ਾਮ ਦੇ ਵਿੱਚ ਪੁੱਛਣ ਦੇ ਚਾਂਸਿਸ ਬਹੁਤ ਜ਼ਿਆਦਾ ਰਹਿੰਦੇ ਨੇ। ਤਾਂ ਟਰਾਈ ਕਰਿਓ ਕਿ ਤੁਸੀਂ ਕੁਛ ਨਾ ਕੁਛ ਤਿਗੜਮਬਾਜ਼ੀ ਲਾ ਕੇ ਯਾਦ ਕਰ ਲਵੋ, ਐਗਜ਼ਾਮ ਦੇ ਵਿੱਚ ਆ ਗਿਆ ਤਾਂ ਤੁਹਾਨੂੰ ਐਟਲੀਸਟ ਕਨਸੈਪਟ ਕਲੀਅਰ ਹੋਏਗਾ ਕਿ ਹਾਂ ਯਾਰ ਇਹ ਚੀਜ਼ ਇਹ ਸੀਗੀ, ਇਹ ਚੀਜ਼ ਇਹ ਸੀਗੀ। ਮੂਵਿੰਗ ਔਨ ਟੂ ਦ ਨੈਕਸਟ ਕੁਐਸਚਨ, ਅੰਡਰ ਵਿਚ ਆਫ ਦ ਫੋਲੋਇੰਗ ਆਰਟੀਕਲ ਦ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਸਸਪੈਂਡ ਦ ਇਨਫੋਰਸਮੈਂਟ ਆਫ ਫੰਡਾਮੈਂਟਲ ਰਾਈਟਸ। ਦੇਖੋ ਜੀ, ਵੈਸੇ ਤਾਂ ਫੰਡਾਮੈਂਟਲ ਰਾਈਟਸ ਜਿਹੜੇ ਨੇ ਆਪਣੇ ਸਭ ਨੂੰ ਮਿਲੇ ਹੋਏ ਨੇ, ਲੇਕਿਨ ਜਦੋਂ ਵੀ ਦੇਸ਼ ਦੇ ਵਿੱਚ ਐਮਰਜੈਂਸੀ ਲੱਗਦੀ ਹੈ ਤਾਂ ਫੰਡਾਮੈਂਟਲ ਰਾਈਟਸ ਨਾਲ ਕਰਟੇਲ ਹੋ ਜਾਂਦੇ ਨੇ। ਲੇਕਿਨ ਸਿਰਫ 2 ਆਰਟੀਕਲ ਨੇ, ਆਰਟੀਕਲ ਨੰਬਰ 20 ਅਤੇ 21, ਇਹ ਕਦੇ ਵੀ ਸਸਪੈਂਡ ਨਹੀਂ ਕੀਤੇ ਜਾ ਸਕਦੇ ਭਾਵੇਂ ਐਮਰਜੈਂਸੀ ਵੀ ਕਿਉਂ ਨਾ ਲੱਗੀ ਹੋਵੇ। ਇਹ ਵੀ ਗੱਲ ਆਪਾਂ ਨੂੰ ਪਤਾ ਹੀ ਹੈ। 352 ਨੈਸ਼ਨਲ ਐਮਰਜੈਂਸੀ, 56 ਸਟੇਟ ਐਮਰਜੈਂਸੀ, 360 ਇਜ਼ ਫਾਈਨੈਂਸ਼ੀਅਲ ਐਮਰਜੈਂਸੀ। ਹਾਲਾਂਕਿ ਫਾਈਨੈਂਸ਼ੀਅਲ ਐਮਰਜੈਂਸੀ ਹਾਲੇ ਤੱਕ ਇੰਡੀਆ ਦੇ ਵਿੱਚ ਕਦੇ ਵੀ ਨਹੀਂ ਲੱਗੀ ਅਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਨਹੀਂ ਲੱਗੇਗੀ, ਕਿਉਂਕਿ ਸਟੇਟ ਕੋਲ ਪੈਸਾ ਹੀ ਬਹੁਤ ਹੈ। ਸਟੇਟ ਦਾ ਮਤਲਬ ਹੈ ਕਿ ਮੈਂ ਆਪਣੇ ਇੰਡੀਆ ਦੀ ਗੱਲ ਕਰ ਰਿਹਾ। 52 ਦੇ ਵਿੱਚ ਨੈਸ਼ਨਲ ਐਮਰਜੈਂਸੀ ਤੁਹਾਨੂੰ ਪਤਾ ਹੀ 3 ਵਾਰ ਲੱਗ ਚੁੱਕੀ ਹੈ। 56 ਸਟੇਟ ਲਈ ਹੈ, ਡਿਫਰੈਂਟ ਸਟੇਟ ਦੇ ਵਿੱਚ ਡਿਫਰੈਂਟ ਟਾਈਮ ਦੇ ਵਿੱਚ ਜਿਹੜੀ ਐਮਰਜੈਂਸੀ ਲੱਗ ਚੁੱਕੀ ਹੈ। ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਵੀ ਮੈਕਸਿਮਮ ਟਾਈਮ ਆਫ ਐਮਰਜੈਂਸੀ ਲੱਗ ਚੁੱਕੀ ਹੈ, ਜੇ ਮੈਂ ਪੈਪਸੂ ਨੂੰ ਵੀ ਕਾਊਂਟ ਕਰ ਲਵਾਂ, ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਪੈਪਸੂ ਦੇ ਵਿੱਚ ਟੁੱਟ ਗਿਆ ਸੀਗਾ, 2 ਪਾਰਟ ਹੋ ਗਏ ਸੀਗੇ, ਬਾਅਦ 'ਚ ਮਰਜ ਹੋਇਆ ਸੀਗਾ। ਕਿਉਂਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਪੈਪਸੂ ਜਿਹੜਾ ਸੀਗਾ ਉਹ ਕਦੋਂ ਬਣਿਆ ਅਤੇ ਕਦੋਂ ਪੰਜਾਬ ਦੇ ਵਿੱਚ ਮਰਜ ਹੋਇਆ। ਲੈਟਸ ਸੀ ਕਿੰਨੇ ਕਿੰਨੇ ਸਟੂਡੈਂਟਸ ਨੂੰ ਪਤਾ ਹੈ, ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਮੈਨੂੰ ਦੱਸਿਓ। ਹੁਣ ਆਪਾਂ ਆਉਂਦੇ ਹਾਂ ਕੁਐਸਚਨ ਦੇ ਉੱਪਰ। ਕੁਐਸਚਨ ਨੰਬਰ ਕਹਿ ਰਿਹਾ ਕਿ ਆਪਾਂ ਸਸਪੈਂਡ ਕਰਦੇ ਹਾਂ ਫੰਡਾਮੈਂਟਲ ਰਾਈਟਸ, ਉਹ ਕਿਹੜੇ ਆਰਟੀਕਲ ਦੇ ਤਹਿਤ ਕਰਦੇ ਹਾਂ? ਤਾਂ ਆਪਾਂ ਕਰਦੇ ਹਾਂ ਜੀ 359 ਆਰਟੀਕਲ ਦੇ ਤਹਿਤ। ਜਿਹੜਾ ਪ੍ਰੈਜ਼ੀਡੈਂਟ ਨੇ ਆਪਣੇ, ਉਹ ਆਪਾਂ ਨੂੰ ਪਤਾ ਹੈ ਕਿ ਫੰਡਾਮੈਂਟਲ ਡਿਊਟੀਜ਼ ਨੇ, ਫੰਡਾਮੈਂਟਲ ਰਾਈਟਸ ਨੇ ਜਿਹੜੇ ਪਾਰਟ 3 ਦੇ ਵਿੱਚ ਨੇ। ਲੇਕਿਨ ਜੇ ਆਰਟੀਕਲ 20 ਅਤੇ 21 ਨੂੰ ਛੱਡ ਦਈਏ ਤਾਂ ਸਾਰੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਕਰਟੇਲ ਹੋ ਸਕਦੇ ਨੇ। ਤਾਂ ਆਨਸਰ ਕੀ ਹੋ ਜਾਊਗਾ? ਆਪਸ਼ਨ ਨੰਬਰ ਬੀ, ਆਰਟੀਕਲ 359। ਨੈਕਸਟ ਗੱਲ ਕਰ ਰਿਹਾ, ਹੂ ਵਾਜ਼ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ at the time of 73rd and 74th amendment to the constitution of India pertaining to ਪੰਚਾਇਤ and ਨਗਰਪਾਲਿਕਾਸ। ਯਾਨੀ ਕਿ ਜਦੋਂ 73ਵਾਂ ਅਤੇ 74ਵਾਂ ਕੌਨਸਟੀਟਿਊਸ਼ਨ ਅਮੈਂਡਮੈਂਟ ਪਾਸ ਹੋਇਆ ਸੀਗਾ, ਉਸ ਟਾਈਮ 'ਤੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਕੌਣ ਸੀ? ਦਿੱਤੇ ਗਏ 3 ਆਪਸ਼ਨ ਨੇ ਨਾ ਜਿਹੜੇ, ਰਾਜੀਵ ਗਾਂਧੀ, PV ਨਰਸਿਮਹਾ ਰਾਓ ਅਤੇ VP ਸਿੰਘ। ਇਹ ਤਿੰਨੋਂ ਹੀ ਪ੍ਰਾਈਮ ਮਿਨਿਸਟਰ ਨੇ ਆਪਣੇ ਆਪਣੇ ਟਾਈਮ ਦੇ, ਆਪਣੇ ਆਪਣੇ ਕਾਰਜਕਾਲ ਦੇ ਵਿੱਚ, ਟੈਨਿਓਰ ਦੇ ਵਿੱਚ ਟਰਾਈ ਕੀਤਾ ਸੀਗਾ ਕਿ ਇਹ ਬਿੱਲ ਨੂੰ ਐਕਟ ਬਣਾਇਆ ਜਾਵੇ, ਲੇਕਿਨ ਪਾਸ ਨਹੀਂ ਹੋ ਪਾਏ ਸੀਗੇ। ਜਿਵੇਂ ਮੈਂ ਐਗਜ਼ਾਮਪਲ ਦੀ ਗੱਲ ਕਰਾਂ, ਰਾਜੀਵ ਗਾਂਧੀ, ਇਹਨਾਂ ਨੇ 1989 ਦੇ ਅੰਦਰ ਜਿਹੜਾ ਸੀਗਾ ਉਹ ਲੋਕ ਸਭਾ ਦੇ ਵਿੱਚ ਤਾਂ ਪਾਸ ਕਰਾ ਲਿਆ ਸੀਗਾ, ਬਟ ਰਾਜ ਸਭਾ ਦੇ ਵਿੱਚ ਪਾਸ ਨਹੀਂ ਹੋ ਪਾਇਆ ਸੀਗਾ। ਦੈਟ ਮੀਨਸ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਬਿੱਲ ਐਕਟ ਕਿਵੇਂ ਬਣਦਾ ਹੈ। ਲੋਕ ਸਭਾ, ਰਾਜ ਸਭਾ 'ਚੋਂ ਪਾਸ ਹੋਣ ਤੋਂ ਬਾਅਦ ਪ੍ਰੈਜ਼ੀਡੈਂਟ ਦੀ ਕੰਸੈਂਟ ਮਿਲਦੀ ਹੈ, ਫਿਰ ਜਾ ਕੇ ਕੋਈ ਬਿੱਲ ਐਕਟ ਦੇ ਵਿੱਚ ਤਬਦੀਲ ਹੁੰਦਾ ਹੈਗਾ। ਉਹ ਡਿਪੈਂਡ ਕਰਦਾ ਵੀ ਬਿੱਲ ਕਿਸ ਤਰ੍ਹਾਂ ਦਾ ਹੈਗਾ, ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਹੈਗਾ ਜਾਂ ਕੋਈ ਫਾਈਨੈਂਸ ਬਿੱਲ ਹੈਗਾ ਜਾਂ ਮਨੀ ਬਿੱਲ ਹੈ, ਡਿਫਰੈਂਟ ਕਾਈਂਡ ਆਫ ਬਿੱਲ ਹੁੰਦੇ ਨੇ, ਤਾਂ ਉਹ ਡਿਪੈਂਡ ਕਰਦਾ ਰਹਿੰਦਾ। ਸੇਮ ਉਸ ਤੋਂ ਬਾਅਦ ਜਦੋਂ VP ਸਿੰਘ ਦੀ ਗਵਰਨਮੈਂਟ ਆਈ ਸੀਗੀ, ਉਹਨੇ ਵੀ ਟਰਾਈ ਕੀਤਾ ਸੀਗਾ, ਲੇਕਿਨ ਉਹ ਵੀ ਬਣਵਾ ਨਹੀਂ ਪਾਏ ਸੀਗੇ। ਲੇਕਿਨ ਜੇ ਮੈਂ ਗੱਲ ਕਰਾਂ PV ਨਰਸਿਮਹਾ ਰਾਓ, ਉਸ ਟਾਈਮ ਪ੍ਰਾਈਮ ਮਿਨਿਸਟਰ ਸੀਗੇ ਜਦੋਂ ਇਹ ਆਏ, ਕਿਉਂਕਿ ਇੰਦਰਾ ਗਾਂਧੀ ਜੀ ਤਾਂ ਆਪਾਂ ਨੂੰ ਪਤਾ ਹੀ ਹੈ 1984 ਦੇ ਵਿੱਚ ਦੇਹਾਂਤ ਹੋ ਗਿਆ ਸੀਗਾ, ਅਤੇ 73rd ਅਤੇ 4th ਅਮੈਂਡਮੈਂਟ 1992 ਦੇ ਵਿੱਚ ਆਏ ਸੀਗੇ।
ਤੇ ਜਿਹੜਾ ਪੰਚਾਇਤੀ ਰਾਜ ਹੈ ਉਹ 24 ਅਪ੍ਰੈਲ 93 ਨੂੰ ਫੋਰਸ ਦੇ ਵਿੱਚ ਆ ਗਿਆ ਸੀਗਾ, ਯਾਨੀ ਕਿ ਲਾਗੂ ਹੋ ਗਿਆ ਸੀਗਾ। ਜਿਵੇਂ ਮਿਊਨਿਸਪੈਲਿਟੀਜ਼ ਦੀ ਗੱਲ ਕਰਾਂ ਉਹ 1 ਜੂਨ ਨੂੰ ਲਾਗੂ ਹੋਇਆ ਸੀਗਾ, ਯਾਨੀ ਕਿ ਇੰਪਲੀਮੈਂਟ ਹੋ ਗਿਆ ਸੀਗਾ। ਤਾਂ ਦੋਨੋਂ ਹੀ ਜਿਹੜਾ ਲਾਗੂ ਹੋਏ ਸੀਗੇ ਉਹ ਪੀ.ਵੀ. ਨਰਸਿਮਹਾ ਰਾਓ ਜੀ ਦੇ ਮਾਰਗਦਰਸ਼ਨ ਵਿੱਚ ਹੋਏ ਸੀਗੇ। ਜਿਵੇਂ ਮੈਂ LPG ਦੀ ਗੱਲ ਕਰਾਂ ਉਹ ਵੀ 1991 ਦੇ ਵਿੱਚ, ਉਹ ਵੀ ਪੀ.ਵੀ. ਨਰਸਿਮਹਾ ਰਾਓ ਜੀ ਦੇ ਟਾਈਮ 'ਤੇ ਹੋਇਆ ਸੀਗਾ। ਤਾਂ ਕਾਫੀ ਇੰਪੋਰਟੈਂਟ ਪ੍ਰਾਈਮ ਮਿਨਿਸਟਰ ਰਹਿੰਦੇ ਨੇ ਜੇਕਰ ਮੈਂ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਗੱਲ ਕਰਾਂ। ਧਿਆਨ ਰੱਖਿਓ ਇਸ ਗੱਲ ਦਾ। ਆਨਸਰ ਹੋ ਜਾਊਗਾ ਆਪਸ਼ਨ ਨੰਬਰ C। ਦੇਖੋ ਮੈਂ ਕਈ ਵਾਰ ਤੁਹਾਨੂੰ ਕਹਿੰਦਾ ਕਿ ਜਦੋਂ ਵੀ ਬੈਠਦੇ ਹੋ ਕਾਪੀ ਪੈਨ ਲੈ ਕੇ ਬੈਠ ਜਾ ਕਰੋ। ਜੇ ਤੁਹਾਨੂੰ ਕੁਐਸਚਨ ਆਉਂਦਾ ਤਾਂ ਵੈਲ ਐਂਡ ਗੁੱਡ ਹੈ, ਵਧੀਆ ਗੱਲ ਹੈ, ਤੁਹਾਡੀ ਰਿਵੀਜ਼ਨ ਹੋ ਰਹੀ ਹੈ। ਜੇ ਨਹੀਂ ਆਉਂਦਾ ਤਾਂ ਪੁਆਇੰਟ ਨਾਲ ਨੋਟ ਕਰ ਲਿਆ ਕਰੋ ਅਤੇ 2-4 ਦਿਨਾਂ ਬਾਅਦ ਰਿਵਾਈਜ਼ ਕਰ ਲਿਆ ਕਰੋ। ਰਿਵੀਜ਼ਨ ਵੀ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਜਵਾਕਾਂ ਨੇ ਪੂਰਾ ਜ਼ੋਰ ਲਾਇਆ ਹੋਏਗਾ ਵੀ ਪੂਰਾ ਪੜ੍ਹ ਲਈਏ। ਹੋਣਾ ਕੀ ਹੈ, ਖਿਚੜੀ ਬਣ ਜਾਣੀ ਹੈ। ਇੱਕ ਅੱਧਾ ਪੋਰਸ਼ਨ ਤੁਸੀਂ ਛੱਡ ਵੀ ਸਕਦੇ ਹੋ ਕਿ ਮੈਂ ਛੱਡਣਾ ਹੈਗਾ, ਲੇਕਿਨ ਜਿਹੜਾ ਕੀਤਾ ਹੈ ਉਹਨੂੰ ਰਿਵਾਈਜ਼ ਵੀ ਕਰਨਾ ਹੈ, ਤਾਂ ਹੀ ਕੋਈ ਗੱਲ ਯਾਦ ਰਹੂਗੀ। ਨਹੀਂ ਐਗਜ਼ਾਮ ਦੇ ਵਿੱਚ ਜਾ ਕੇ ਹਾਂ ਯਾਰ ਇਹ ਪੜ੍ਹਿਆ ਤਾਂ ਸੀਗਾ ਯਾਰ, ਹੁਣ ਨਹੀਂ ਯਾਦ ਆ ਰਿਹਾ ਹੈਗਾ। ਤਾਂ ਦਿਮਾਗ ਦੀ ਵੀ ਇੱਕ ਲਿਮਿਟ ਹੈ, ਤਾਂ ਉਸ ਹਿਸਾਬ ਨਾਲ ਪੜ੍ਹੋ। ਐਵੇਂ ਨਹੀਂ ਕਿ ਬਸ ਪੂਰਾ ਤੁਸੀਂ ਖਾ ਜਾਣਾ ਹੈਗਾ, ਇੱਦਾਂ ਨਹੀਂ ਹੋ ਸਕਦਾ ਹੈਗਾ। ਘੱਟ ਪੜ੍ਹੋ, ਕੁਆਲਿਟੀ ਪੜ੍ਹੋ, ਅਤੇ ਸੋਰਸਿਸ ਨੇ ਨਾ ਆਪਣੇ ਬਦਲੋ ਨਾ ਬਾਰ-ਬਾਰ। ਇੱਕ ਸੋਰਸਿਸ ਤੋਂ ਪੜ੍ਹੋ, ਬਾਰ-ਬਾਰ ਸੋਰਸ ਬਦਲੋਗੇ ਨਾ, ਮੰਨ ਕੇ ਜਿਵੇਂ ਕਹਿੰਦੇ ਨੇ ਨਾ ਵੀ ਇੱਕ ਬੁੱਕ 3 ਵਾਰ ਪੜ੍ਹ ਲਓ, ਬਟ 3 ਬੁੱਕ ਇੱਕ ਵਾਰ ਨਾ ਪੜ੍ਹੋ, ਇੱਕ ਬੁੱਕ 3 ਵਾਰ ਪੜ੍ਹ ਲਓ ਤਾਂ ਕਿ ਯਾਦ ਰਹੇਗਾ। ਨੈਕਸਟ ਗੱਲ ਕਰ ਰਿਹਾ, ਚਲੋ ਬਹੁਤ ਗਿਆਨ ਦੇ ਲਿਆ ਜੀ ਮੈਂ, ਛੋਟੀ ਮਗਰ ਮੋਟੀ ਬਾतें। all the cases regarding interpretation of the constitution can be brought to the supreme court under its। ਦੇਖੋ ਆਪਾਂ ਨੂੰ ਪਤਾ ਹੈ ਸੁਪਰੀਮ ਕੋਰਟ ਦੀ 3 ਪਾਵਰ ਨੇ, ਲਾਈਕ ਓਰੀਜਨਲ ਜੂਰੀਡਿਕਸ਼ਨ, ਐਪੇਲੇਟ ਜੂਰੀਸਡਿਕਸ਼ਨ ਐਂਡ ਐਡਵਾਈਜ਼ਰੀ ਜੂਰੀਸਡਿਕਸ਼ਨ। ਤਾਂ ਇਹਨਾਂ ਵਿੱਚੋਂ ਜੇਕਰ ਕੌਨਸਟੀਟਿਊਸ਼ਨ ਨੂੰ ਇੰਟਰਪ੍ਰੇਟ, ਆਪਾਂ ਨੂੰ ਪਤਾ ਹੈ ਕਈ ਵਾਰ ਕੌਨਸਟੀਟਿਊਸ਼ਨਲ ਬੈਂਚ ਬੈਠਦਾ ਤਾਂ ਉਹ ਕੀ ਕਰਦਾ ਹੈ ਜੀ, ਕੌਨਸਟੀਟਿਊਸ਼ਨ ਨੂੰ ਇੰਟਰਪ੍ਰੇਟ ਕਰਦਾ। ਲਾਈਕ ਜੇਕਰ ਆਪਾਂ ਗੱਲ ਕਰੀਏ ਫੰਡਾਮੈਂਟਲ ਰਾਈਟਸ ਨੇ ਜਿਹੜੇ ਆਪਣੇ, ਉਹ ਵੈਸੇ ਤਾਂ ਕਾਫੀ ਵਾਸਟ ਸੀਗੇ, ਲੇਕਿਨ ਜੇ ਕੌਨਸਟੀਟਿਊਸ਼ਨ ਦੇ ਵਿੱਚ ਹਰ ਇੱਕ ਚੀਜ਼ ਨਾ ਮੈਂਸ਼ਨ ਨਹੀਂ ਕੀਤੀ ਹੋਈ ਹੈਗੀ, ਠੀਕ ਹੈ। ਜਿਵੇਂ ਰਾਈਟ ਟੂ ਲਾਈਫ ਦੇ ਵਿੱਚ ਰਾਈਟ ਟੂ ਹੈਲਦੀ ਇਨਵਾਇਰਮੈਂਟ ਵੀ ਹੈਗਾ, ਠੀਕ ਹੈ, ਰਾਈਟ ਟੂ ਫੂਡ ਵੀ ਹੈਗਾ। ਉਹ ਕਿਵੇਂ ਆਇਆ ਹੈਗਾ ਬਾਹਰ? ਉਹ ਕੌਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਕੀਤੀ ਕਿਹਨੇ? ਸੁਪਰੀਮ ਕੋਰਟ ਨੇ, ਤਾਂ ਜਾ ਕੇ ਉਹ ਪਤਾ ਲੱਗਿਆ। ਅਤੇ ਇੱਕ ਗੱਲ ਹੋਰ ਇੰਪੋਰਟੈਂਟ ਕੁਐਸਚਨ ਹੈ, ਜਦੋਂ ਵੀ ਕੌਨਸਟੀਟਿਊਸ਼ਨ ਬੈਂਚ ਬਣਦਾ ਹੈ, ਬੈਂਚ ਦਾ ਮਤਲਬ ਕੀ ਹੈ ਵੀ ਕਿੰਨੇ ਜੱਜਿਸ ਹੋਣਗੇ ਉਹਦੇ ਵਿੱਚ, ਤਾਂ ਘੱਟੋ ਘੱਟ 5 ਜੱਜਿਸ ਤਾਂ ਬੈਠਦੇ ਹੀ ਬੈਠਦੇ ਨੇ ਕੌਨਸਟੀਟਿਊਸ਼ਨ ਬੈਂਚ ਦੇ ਵਿੱਚ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ। ਚਲੋ ਹੁਣ ਆਪਾਂ ਆਉਂਦੇ ਕੁਐਸਚਨ 'ਤੇ ਕਿ ਜੇਕਰ ਕੌਨਸਟੀਟਿਊਸ਼ਨ ਨੂੰ ਇੰਟਰਪ੍ਰੇਟ ਕਰਨ ਦੀ ਗੱਲ ਆਊਗੀ ਤਾਂ ਉਹ ਕਿਹੜੀ ਆਪਣੀ ਪਾਵਰ ਨੂੰ ਐਕਸਰਸਾਈਜ਼ ਕਰੂਗਾ। ਇਸ ਫੋਟੋ ਦੇ ਰਾਹੀਂ ਆਪਾਂ ਕਾਫੀ ਕੁਝ ਜਾਣ ਲਵਾਂਗੇ। ਲਾਈਕ ਟਾਈਪਸ ਆਫ ਜੂਰੀਡਿਕਸ਼ਨ ਕੀ ਨੇ, ਲਾਈਕ ਓਰੀਜਨਲ ਜੂਰੀਡਿਕਸ਼ਨ ਹੈ, ਐਪੇਲੇਟ ਹੋ ਗਿਆ, ਐਡਵਾਈਜ਼ਰੀ ਅਤੇ ਰਿਵਿਊ ਜੂਰੀਡਿਕਸ਼ਨ। ਓਰੀਜਨਲ ਦੇ ਵਿੱਚ ਕੀ ਹੈ ਕਿ ਯੂਨੀਅਨ ਅਤੇ ਸਟੇਟ ਦੇ ਜਿਹੜੇ ਮਸਲੇ ਨੇ, ਮੰਨ ਲਓ ਇੱਕ ਸਾਈਡ ਤੋਂ ਸਟੇਟ ਵੀ ਹੋ ਸਕਦਾ ਹੈ, ਦੂਜੀ ਸਾਈਡ ਯੂਨੀਅਨ ਹੋ ਸਕਦਾ, ਜਾਂ ਫਿਰ ਇੱਕ ਸਾਈਡ ਸਟੇਟ ਅਤੇ ਯੂਨੀਅਨ ਇਕੱਠੇ ਨੇ ਅਤੇ ਦੂਜੀ ਸਾਈਡ ਕੋਈ ਦੂਜਾ ਸਟੇਟ ਹੈ, ਜਾਂ ਫਿਰ 2-3 ਸਟੇਟ ਇਕੱਠੇ ਵੀ ਹੋ ਸਕਦੇ ਨੇ ਆਪਸ ਦੇ ਵਿੱਚ, ਜਿਹੜੇ ਨੇ ਉਹਨਾਂ ਦਾ ਲੜਾਈ ਚੱਲ ਰਹੀ, ਜਿਵੇਂ ਵਾਟਰ ਡਿਸਪਿਊਟ ਵੀ ਚੱਲਦੇ ਰਹਿੰਦੇ ਨੇ ਨਦੀਆਂ ਦੇ। ਤਾਂ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਓਰੀਜਨਲ ਜੂਰੀਡਿਕਸ਼ਨ ਆਪਾਂ ਉਹਨੂੰ ਕਵਾਂਗੇ। ਅਤੇ ਜਿਹੜੇ ਰਿਟਸ ਦੇ ਆਉਂਦੇ ਨੇ ਉਹ ਵੀ ਓਰੀਜਨਲ ਜੂਰੀਡਿਕਸ਼ਨ ਦੇ ਆਉਂਦੇ, ਕਿਉਂਕਿ ਆਪਾਂ ਨੂੰ ਪਤਾ ਹੈ ਆਰਟੀਕਲ ਨੰਬਰ 32 ਦੇ ਤਹਿਤ ਸਿੱਧਾ ਸੁਪਰੀਮ ਕੋਰਟ ਡੀਲ ਕਰਦਾ ਹੈ। ਨੈਕਸਟ ਗੱਲ ਕਰਦੇ ਹਾਂ ਜਿਹੜਾ ਮੇਨ ਇੰਪੋਰਟੈਂਟ ਹੈਗਾ, ਐਪੀਲੇਟ ਜੂਰੀਡਿਕਸ਼ਨ, ਯਾਨੀ ਕਿ ਅਪੀਲ ਇਨ ਸਿਵਲ ਕੇਸਿਸ, ਕ੍ਰਿਮੀਨਲ ਕੇਸਿਸ, ਕੌਨਸਟੀਟਿਊਸ਼ਨਲ ਕੇਸਿਸ ਐਂਡ ਸਪੈਸ਼ਲ ਲੀਵ ਟੂ ਅਪੀਲ। ਦੇਖੋ ਜੀ ਆਪਾਂ ਨੂੰ ਪਤਾ ਹੈ ਜੇਕਰ ਕੋਈ ਕੇਸ ਸਟਾਰਟ ਹੁੰਦਾ ਡਿਸਟ੍ਰਿਕਟ ਕੋਰਟ 'ਚ ਹੁੰਦਾ ਜੀ, ਜੇਕਰ ਉੱਧਰ ਫੈਸਲਾ ਤੁਹਾਨੂੰ ਨਹੀਂ ਆਇਆ ਤੁਸੀਂ ਚੈਲੰਜ ਕਰ ਸਕਦੇ ਹੋ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਤੋਂ ਵੀ ਤੁਹਾਡੇ ਮਨ ਮੁਤਾਬਿਕ ਫੈਸਲਾ ਨਹੀਂ ਆਇਆ ਜਾਂ ਫਿਰ ਗਲਤ ਆਇਆ, ਫਿਰ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ। ਲੇਕਿਨ ਜੇਕਰ ਸੁਪਰੀਮ ਕੋਰਟ ਤੋਂ ਵੀ ਤੁਸੀਂ ਸੈਟਿਸਫਾਈ ਨਹੀਂ ਹੋਏ ਫੈਸਲੇ ਤੋਂ, ਤਾਂ ਤੁਸੀਂ ਕਿੱਥੇ ਵੀ ਅਪੀਲ ਨਹੀਂ ਕਰ ਸਕਦੇ। ਤਾਂ ਕੀ ਹੈ, ਹਾਈਐਸਟ ਐਪੀਲੇਟ ਅਥਾਰਟੀ ਹੈ ਸਿਵਲ ਕੇਸਿਸ ਦੇ ਵਿੱਚ ਵੀ, ਕ੍ਰਿਮੀਨਲ ਕੇਸਿਸ ਦੇ ਵਿੱਚ ਵੀ, ਅਤੇ ਜਿਵੇਂ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕੌਨਸਟੀਟਿਊਸ਼ਨਲ ਕੇਸਿਸ ਦੇ ਵਿੱਚ ਵੀ, ਇੰਟਰਪ੍ਰੀਟੇਸ਼ਨ ਦੇ ਵਿੱਚ ਵੀ। ਤਾਂ ਕੀ ਆਊਗਾ ਆਨਸਰ ਇਹਦਾ? ਐਪੀਲੇਟ ਜੂਰੀਡਿਕਸ਼ਨ ਆਊਗਾ। ਤਾਂ ਆਨਸਰ ਤਾਂ ਆਪਾਂ ਨੂੰ ਪਤਾ ਲੱਗ ਗਿਆ, ਬਟ ਆਪਾਂ ਹੋਰ ਚੀਜ਼ਾਂ ਵੀ ਦੇਖਣੀਆਂ ਹਲੇ। ਲਾਈਕ ਥਰਡ ਕਹਿ ਰਿਹਾ ਐਡਵਾਈਜ਼ਰੀ ਜੂਰੀਡਿਕਸ਼ਨ, ਗਿਵ ਇਟਸ ਲੀਗਲ ਓਪੀਨੀਅਨ ਦਾ ਮੈਟਰ ਟੂ ਇਟ ਪ੍ਰੈਫਰਡ ਬਾਏ ਪ੍ਰੈਜ਼ੀਡੈਂਟ। ਇਹ ਗੱਲ ਧਿਆਨ ਰੱਖਣਾ ਜੀ, ਸੁਪਰੀਮ ਕੋਰਟ ਪ੍ਰੈਜ਼ੀਡੈਂਟ ਨੂੰ ਜਿਹੜਾ ਹੈ ਹੈਲਪ ਕਰ ਸਕਦਾ ਹੈ, ਐਡਵਾਈਸ ਦੇ ਸਕਦਾ ਹੈ ਅੰਡਰ ਆਰਟੀਕਲ 143। ਇਹ ਵੀ ਬਹੁਤ ਵਾਰ ਪੁੱਛਿਆ ਗਿਆ। ਨੈਕਸਟ ਗੱਲ ਕਰਦਾ ਹੈ ਜੁਡੀਸ਼ੀਅਲ ਰਿਵਿਊ, ਜਾਂ ਫਿਰ ਆਪਾਂ ਕਹਿ ਦਈਏ ਰਿਵਿਊ ਜੂਰੀਡਿਕਸ਼ਨ, ਦਾ ਪਾਵਰ ਆਫ ਜੁਡੀਸ਼ੀਅਲ ਰਿਵਿਊ। ਯਾਨੀ ਕਿ ਮੰਨ ਲਓ ਮੈਂ ਐਗਜ਼ਾਮਪਲ ਦੇਣਾ ਛੋਟੀ ਜੀ, ਸੈਂਟਰਲ ਗਵਰਨਮੈਂਟ ਨੇ ਕੁਝ ਇਹੋ ਜਿਹੇ ਲੋਅ ਬਣਾਤੇ, ਜਾਂ ਲੈਜਿਸਲੇਟਰ ਨੇ ਯਾਨੀ ਕਿ ਵਿਧਾਨ ਸਭਾ ਨੇ ਬਣਾਤੇ, ਜਿਹੜੇ ਕਿ ਆਪਣੇ ਫੰਡਾਮੈਂਟਲ ਰਾਈਟਸ ਨੂੰ ਕਰਟੇਲ ਕਰਦੇ ਨੇ, ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਪਣੀ ਫੰਡਾਮੈਂਟਲ ਰਾਈਟਸ ਨੇ ਉਹਨੂੰ ਵੋਇਲੇਟ ਕਰਦਾ ਹੈ, ਤਾਂ ਉਸ ਦੇ ਉੱਪਰ ਜਾ ਕੇ ਜੁਡੀਸ਼ੀਅਲ ਰਿਵਿਊ ਸੁਪਰੀਮ ਕੋਰਟ ਕੋਲ ਹੈ। ਤਾਂ ਇਹ ਜਿਹੜੇ ਨੇ ਇਹਦੇ ਡਿਫਰੈਂਟ ਪਾਰਟਸ ਨੇ। ਹੁਣ ਆਪਾਂ ਜੇਕਰ ਆਨਸਰ ਦੀ ਗੱਲ ਕਰੀਏ ਤਾਂ ਆ ਜਾਊਗਾ ਐਪੀਲੇਟ ਜੂਰੀਸਡਿਕਸ਼ਨ। ਮੈਂ ਉਮੀਦ ਕਰਦਾ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਨੈਕਸਟ ਗੱਲ ਕਰਦਾ ਹੈ ਇਨ ਵਿਚ ਆਰਟੀਕਲ ਦਾ ਪ੍ਰੋਵੀਜ਼ਨ ਔਨ ਰਿਜ਼ਰਵੇਸ਼ਨ ਆਫ SC ਐਂਡ ST ਟੂ ਪੰਚਾਇਤ ਹੈਜ਼ ਬੀਨ ਗਿਵਨ। ਦੇਖੋ ਜੇਕਰ ਮੈਂ ਇਹਦੇ ਵਿੱਚ ਨਾ ਵੂਮੈਨਸ ਵੀ ਐਡ ਕਰ ਦਾਂ ਨਾ, ਤਾਂ ਵੀ ਆਨਸਰ ਸੇਮ ਹੀ ਰਹੇਗਾ, ਕਿਉਂਕਿ ਵੂਮੈਨਸ ਨੂੰ ਵੀ 1/3 ਜਿਹੜੀ ਹੈ ਰਿਜ਼ਰਵੇਸ਼ਨ ਦਿੱਤੀ ਹੋਈ ਹੈ ਜੇਕਰ ਮੈਂ ਲੋਕਲ ਬੋਡੀਜ਼ ਦੇ ਇਲੈਕਸ਼ਨ ਦੇ ਵਿੱਚ ਗੱਲ ਕਰਾਂ। ਤਾਂ ਇਹ ਆਨਸਰ ਹੈਗਾ ਜਿਹਦਾ 243D, ਆਪਸ਼ਨ ਨੰਬਰ D, ਯਾਨੀ ਕਿ 243D ਦੇ ਅੰਡਰ ਜਿਹੜਾ ਹੈ ਪ੍ਰੋਵੀਜ਼ਨ ਔਨ ਰਿਜ਼ਰਵੇਸ਼ਨ ਆਫ SC ST ਐਂਡ ਆਲਸੋ ਆਪਾਂ ਕੰਸੀਡਰ ਕਰ ਲੈਣਾ ਵੂਮੈਨਸ ਦਿੱਤਾ ਗਿਆ ਹੈ।
ਨੈਕਸਟ ਗੱਲ ਕਰਦਾ ਇਨ ਵਿਚ ਉਹਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਕਰੈਕਟ। ਨੋਟ ਕਰੈਕਟ ਦਾ ਮਤਲਬ ਕਿਹੜਾ ਹੈ ਕਿ ਇਸ ਦੇ ਵਿੱਚ ਕਿਹੜੀ ਸਟੇਟਮੈਂਟ ਗਲਤ ਹੈ। ਪਹਿਲੀ ਗੱਲ ਕਰਦਾ ਦ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੈਜ਼ ਟੂ ਬੀ ਪਾਸਡ ਬਾਈ ਬੋਥ ਹਾਊਸਿਸ ਆਫ ਪਾਰਲੀਮੈਂਟ। ਆਪਾਂ ਨੂੰ ਪਤਾ ਹੈ ਜੀ ਪਾਰਲੀਮੈਂਟ ਦੇ ਦੋ ਹਾਊਸਿਸ ਨੇ, ਇੱਕ ਲੋਕ ਸਭਾ ਅਤੇ ਇੱਕ ਰਾਜ ਸਭਾ। ਜੇ ਮੈਂ ਪਾਰਲੀਮੈਂਟ ਨੂੰ ਕੰਸੀਡਰ ਕਰਾਂ ਵੀ ਕਿੰਨੇ ਪਾਰਟ ਨੇ, ਵੈਸੇ ਪਾਰਲੀਮੈਂਟ ਜੇਕਰ ਗੱਲ ਕਰਾਂ ਤਾਂ ਪ੍ਰੈਜ਼ੀਡੈਂਟ ਵੀ ਉਹਦੇ ਵਿੱਚ ਹੀ ਆਉਂਦਾ ਹੈਗਾ, ਕਿਉਂਕਿ ਪ੍ਰੈਜ਼ੀਡੈਂਟ ਦੇ ਸਾਈਨ ਤੋਂ ਬਾਅਦ ਹੀ ਕੋਈ ਵੀ ਇਲੈਕਟ ਬਣਦਾ ਹੈਗਾ। ਲੇਕਿਨ ਹਾਊਸਿਸ ਜਿਹੜੇ ਨੇ ਉਹ ਦੋ ਹੀ ਨੇ। ਗੱਲ ਕਰ ਰਿਹਾ ਕਿ ਬੋਥ ਹਾਊਸਿਸ ਆਫ ਪਾਰਲੀਮੈਂਟ ਸੈਪਰੇਟਲੀ ਵਿਦ ਸਪੈਸ਼ਲ ਮੈਜੋਰਿਟੀ, ਯਾਨੀ ਕਿ 2/3 ਦੀ ਮੈਜੋਰਿਟੀ ਨਾਲ ਦੋਨੋਂ ਹਾਊਸਿਸ ਦੇ ਵਿੱਚ ਪਾਸ ਹੋਣਾ ਚਾਹੀਦਾ, ਤਾਂ ਹੀ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਹੋਏਗਾ। ਤਾਂ ਇਹਦਾ ਆਨਸਰ ਬਿਲਕੁਲ ਸਹੀ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ 73 74th ਅਮੈਂਡਮੈਂਟ ਕਰਕੇ ਹੀ ਤਾਂ ਬਣਿਆ ਸੀਗਾ। ਅਮੈਂਡਮੈਂਟ ਕਿਵੇਂ ਹੋਇਆ? ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਹੋਇਆ, ਫਿਰ ਰਾਜ ਸਭਾ ਦੇ ਵਿੱਚ ਪਾਸ ਹੋਇਆ, ਫਿਰ ਉਹ ਪ੍ਰੈਜ਼ੀਡੈਂਟ ਦੇ ਲਈ ਚਲਾ ਗਿਆ ਹਸਤਾਖਰਾਂ ਲਈ। ਜਿੱਦਾਂ ਹੀ ਪ੍ਰੈਜ਼ੀਡੈਂਟ ਨੇ ਸਾਈਨ ਕਰਤੇ, ਕਿਉਂਕਿ ਨੋਰਮਲੀ ਕੀ ਹੁੰਦਾ ਜੀ, ਜਿਹੜੀ ਇਲੈਕਟਡ ਗਵਰਨਮੈਂਟ ਹੈ, ਯਾਨੀ ਕਿ ਲੋਕ ਸਭਾ ਦੇ ਵਿੱਚ ਸਰਕਾਰ ਹੁੰਦੀ ਹੈ, ਪ੍ਰੈਜ਼ੀਡੈਂਟ ਯੂਜੂਅਲੀ ਉਹਨਾਂ ਦਾ ਹੀ ਹੁੰਦਾ ਹੈਗਾ। ਜਿਵੇਂ ਜਿਵੇਂ ਸਰਕਾਰ ਕਹਿੰਦੀ ਹੈ ਪ੍ਰੈਜ਼ੀਡੈਂਟ ਉੱਦਾਂ ਹੀ ਕੰਮ ਕਰਦਾ ਹੈ। ਪ੍ਰੈਜ਼ੀਡੈਂਟ ਆਪਣੀ ਸਲਾਹ ਨਾਲ ਤਾਂ ਯਾਨੀ ਕਿ ਆਪਣੇ ਦਿਮਾਗ ਨਾਲ ਤਾਂ ਕੋਈ ਪਾਵਰ ਹੈ ਨਹੀਂ ਉਹਦੇ ਕੋਲ ਲੈਣ ਦੀ। ਬੇਸ਼ੱਕ ਨਾਮ ਉਹਦਾ ਹੀ ਆਉਂਦਾ ਕਿ ਪਾਵਰਾਂ ਉਹਦੇ ਕੋਲ ਨੇ, ਲੇਕਿਨ ਚੱਲਦਾ ਉਹ ਸੈਂਟਰ ਗਵਰਨਮੈਂਟ ਦੇ ਮੁਤਾਬਿਕ ਹੀ ਹੈ। ਅਤੇ ਉਹਨੂੰ ਪਤਾ ਹੈ ਤੁਹਾਨੂੰ ਕਿ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਵੀ ਇਨਡਾਇਰੈਕਟ ਹੀ ਹੁੰਦਾ ਹੈਗਾ, ਕਿਉਂਕਿ ਆਪਾਂ ਲੋਕ ਪ੍ਰੈਜ਼ੀਡੈਂਟ ਕੌਣ ਹੋਊਗਾ ਇਸ ਲਈ ਵੋਟ ਨਹੀਂ ਪਾਉਂਦੇ, ਆਪਣੇ ਦੁਆਰਾ ਚੁਣੇ ਹੋਏ ਨੁਮਾਇੰਦੇ ਵੋਟ ਪਾਉਂਦੇ ਨੇ। ਜਿਵੇਂ ਲੋਕ ਸਭਾ ਦੇ ਹੋ ਗਏ, ਸਟੇਟ ਇਲੈਕਸ਼ਨ ਦੇ ਹੋ ਗਏ। ਤਾਂ ਇਸ ਗੱਲ ਦਾ ਧਿਆਨ ਰੱਖਿਓ ਤੁਸੀਂ ਕਿ ਇਨਡਾਇਰੈਕਟ ਇਲੈਕਸ਼ਨ ਹੁੰਦੇ ਨੇ, ਡਾਇਰੈਕਟ ਇਲੈਕਸ਼ਨ ਨਹੀਂ ਹੁੰਦੇ ਇਹਦੇ ਲਈ। ਤਾਂ ਪਹਿਲੀ ਸਟੇਟਮੈਂਟ ਤਾਂ ਜਿਹੜੀ ਹੈ ਕਰੈਕਟ ਹੈ। ਪੁੱਛਿਆ ਕੀ ਹੈ? ਨੋਟ ਕਰੈਕਟ। ਤਾਂ ਪਹਿਲਾ ਤਾਂ ਆਨਸਰ ਨਹੀਂ ਹੋ ਸਕਦਾ, ਵੈਸੇ ਬਿਲਕੁਲ ਸਹੀ ਹੈ ਲੇਕਿਨ ਆਨਸਰ ਨਹੀਂ ਹੈ ਇਸਦਾ। ਸੈਕਿੰਡ ਗੱਲ ਕਰਦਾ ਹੈ ਕਨਸਟੀਟਿਊਸ਼ਨਲ ਕੇਸਿਸ ਇਨ ਸੁਪਰੀਮ ਕੋਰਟ ਇਜ਼ ਹਰਡ ਬਾਈ ਮਿਨੀਮਮ 5 ਜੱਜਿਸ। ਦੇਖੋ ਜੀ, ਮੈਂ ਹੁਣੇ ਪਿਛਲੇ ਕੁਐਸਚਨ ਦੇ ਵਿੱਚ ਦੱਸ ਕੇ ਹਟਿਆ ਸੀਗਾ, ਅਤੇ ਅੱਗੇ ਕੁਐਸਚਨ ਆਪਾਂ ਨੂੰ ਮਿਲ ਗਿਆ ਕਿ ਕਨਸਟੀਟਿਊਸ਼ਨ ਜਿਹੜੇ ਕੇਸ ਹੁੰਦੇ ਨੇ ਮਿਨੀਮਮ 5 ਜੱਜ ਹੁੰਦੇ ਹਨ, ਕਿ ਕਨਸਟੀਟਿਊਸ਼ਨਲ ਬੈਂਚ ਦੇ ਵਿੱਚ ਮਿਨੀਮਮ 5 ਜੱਜ ਜ਼ਰੂਰੀ ਨੇ, ਜੋ ਕਿ ਬਿਲਕੁਲ ਸਹੀ ਹੈ। ਸਹੀ ਹੈ ਤਾਂ ਇਹਦਾ ਮਤਲਬ ਕੀ ਹੈ? ਸਟੇਟਮੈਂਟ ਤਾਂ ਸਹੀ ਹੈ, ਲੇਕਿਨ ਇਸ ਕੁਐਸਚਨ ਦਾ ਆਨਸਰ ਇਹ ਨਹੀਂ ਹੈ। ਥਰਡ ਗੱਲ ਕਰਦਾ ਹੈ ਫਰੀडम ਆਫ ਪ੍ਰੈਸ ਇਜ਼ ਇਨਕਲੂਡਡ ਇਨ ਦਾ ਫੰਡਾਮੈਂਟਲ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਯਾਨੀ ਕਿ ਜਿਹੜੀ ਫਰੀडम ਹੈ ਪ੍ਰੈਸ ਦੀ ਹੈ, ਉਹ ਫਰੀडम ਟੂ ਰਾਈਟ ਐਂਡ ਸਪੀਚ ਐਂਡ ਐਕਸਪ੍ਰੈਸ਼ਨ ਦੇ ਵਿੱਚ ਦਿੱਤੀ ਗਈ ਹੈ, ਜੋ ਕਿ ਬਿਲਕੁਲ ਸਹੀ ਹੈ। ਯਾਨੀ ਕਿ ਇਹ ਵੀ ਇਸ ਕੁਐਸਚਨ ਦਾ ਆਨਸਰ ਨਹੀਂ ਹੈ। ਤਾਂ ਆਨਸਰ ਤਾਂ ਜੀ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਸ਼ਨ ਨੰਬਰ ਡੀ ਜਿਹੜਾ ਹੈਗਾ ਉਹ ਇਸ ਕੁਐਸਚਨ ਦਾ ਆਨਸਰ ਹੈ, ਕਿਉਂਕਿ ਇਹ ਨੋਟ ਕਰੈਕਟ ਹੈ। ਇਹ ਕਹਿੰਦਾ ਜੀ ਜ਼ਾਕਿਰ ਹੁਸੈਨ ਜਿਹੜੇ ਸੀਗੇ ਇੰਡੀਆ ਦੇ ਫਸਟ ਵਾਈਸ ਪ੍ਰੈਜ਼ੀਡੈਂਟ ਸੀਗੇ। ਭਈ ਜ਼ਾਕਿਰ ਹੁਸੈਨ ਫਸਟ ਥੋੜ੍ਹਾ ਨਾ ਸੀਗੇ, ਉਹ ਤਾਂ ਸੈਕਿੰਡ ਸੀਗੇ। ਫਸਟ ਕੌਣ ਸੀਗਾ? ਫਸਟ ਤਾਂ ਸੀਗੇ ਐਸ ਰਾਧਾ ਕ੍ਰਿਸ਼ਨ, ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ, ਕਿਉਂਕਿ ਜਿਹੜੇ ਡਾਕਟਰ ਰਾਜਿੰਦਰ ਪ੍ਰਸਾਦ ਸੀਗੇ ਉਹ ਆਪਣੇ ਪ੍ਰੈਜ਼ੀਡੈਂਟ ਸੀਗੇ ਪਹਿਲੇ, ਅਤੇ ਵਾਈਸ ਪ੍ਰੈਜ਼ੀਡੈਂਟ ਸੀ ਰਾਧਾ ਕ੍ਰਿਸ਼ਨਨ ਜੀ। ਤਾਂ ਇਸ ਸਟੇਟਮੈਂਟ ਦਾ ਜਿਹੜਾ ਆਨਸਰ ਹੈ 4th ਹੋਊਗਾ, ਕਿਉਂਕਿ ਜ਼ਾਕਿਰ ਹੁਸੈਨ ਆਪਣੇ ਜਿਹੜੇ ਸੀਗੇ ਸੈਕਿੰਡ ਵਾਈਸ ਪ੍ਰੈਜ਼ੀਡੈਂਟ ਸੀਗੇ, ਅਤੇ ਇਹਨਾਂ ਦਾ ਟੈਨਿਓਰ ਸੀਗਾ ਦੇਖ ਸਕਦੇ ਹੋ ਤੁਸੀਂ 62 ਤੋਂ 67 ਤੱਕ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ, ਕਿਉਂਕਿ ਇਹ ਨੋਟ ਕਰੈਕਟ ਹੈ, ਗਲਤ ਹੈ। ਫਿਰ ਗੱਲ ਕਰਦੇ ਹਾਂ ਆਪਾਂ ਦਾ ਪਾਵਰ ਆਫ ਡਿਸਟ੍ਰਿਕਟ ਕਲੈਕਟਰ, ਜਿਹਨੂੰ ਆਪਾਂ ਡੀਸੀ ਕਹਿੰਦੇ ਨਾ, ਵੀ ਤੂੰ ਵੀ ਡੀਸੀ ਲੱਗਾ, ਇਹ ਵੀ ਡੀਸੀ ਹੈ ਜੀ, ਯਾਨੀ ਕਿ ਆਪਾਂ ਆਈਐਸ ਕਰਕੇ ਜਿਹੜਾ ਬਣਦੇ ਹਾਂ। ਕਹਿੰਦਾ ਵੀ ਡੀਸੀ ਨੂੰ ਜੇਕਰ ਡੀਐਮ ਦੀ ਪਾਵਰ ਦਿੱਤੀ ਜਾਣ, ਯਾਨੀ ਕਿ ਐਜ਼ ਏ ਡੀਐਮ ਉਹ ਕੀ ਕਰ ਸਕਦਾ ਹੈ? ਡਿਸਟ੍ਰਿਕਟ ਕਲੈਕਟਰ ਵੀ ਕਰਦਾ, ਕੁਝ ਪਾਵਰ ਡੀਐਮ ਦੀ ਹੁੰਦੀਆਂ ਨੇ, ਤਾਂ ਕਿਹੜੀ ਹੁੰਦੀਆਂ ਨੇ? ਪਹਿਲੀ ਗੱਲ ਕਰਦਾ ਟੂ ਮੇਨਟੇਨ ਲਾਅ ਐਂਡ ਆਰਡਰ, ਜੋ ਕਿ ਬਿਲਕੁਲ ਸਹੀ ਹੈ। ਯਾਨੀ ਕਿ ਇੱਕ ਪਰਟੀਕੂਲਰ ਡਿਸਟ੍ਰਿਕਟ ਦਾ, ਜਿਵੇਂ ਯਾਰ ਸਟੇਟ ਦਾ ਸੀਐਮ ਹੁੰਦਾ ਨਾ, ਐਵੇਂ ਡੀਸੀ ਜਿਹੜਾ ਹੈ ਉਹ ਡਿਸਟ੍ਰਿਕਟ ਲਈ ਸੀਐਮ ਹੁੰਦਾ, ਡੀਸੀ ਦੀ ਚੱਲਦੀ ਹੁੰਦੀ ਉਹ ਸਟੇਟ ਦੇ ਵਿੱਚ। ਟੂ ਮੇਨਟੇਨ ਲਾਅ ਐਂਡ ਆਰਡਰ, ਯਾਨੀ ਕਿ ਲਾਅ ਐਂਡ ਆਰਡਰ ਮੇਨਟੇਨ ਕਰਦਾ ਹੈਗਾ, ਬਿਲਕੁਲ ਸਹੀ ਗੱਲ ਹੈ। ਪੁਲਿਸ ਦੇ ਉੱਪਰ ਕੰਟਰੋਲ ਹੈ, ਇਹ ਵੀ ਬਿਲਕੁਲ ਸਹੀ ਗੱਲ ਹੈ। ਟੂ ਚੈੱਕ ਪਾਸਪੋਰਟ ਆਫ ਫੋਰਨਰ, ਯਾਨੀ ਕਿ ਕਿਹੜਾ ਫੋਰਨਰ ਵਿਜ਼ਿਟ ਕਰ ਰਿਹਾ ਅਤੇ ਕੀ ਕਰ ਰਿਹਾ, ਇਹਦੀ ਮੂਵਮੈਂਟ 'ਤੇ ਵੀ ਡੀਸੀ ਦੀ ਨਿਗਾਹ ਰਹਿੰਦੀ ਹੈ। ਸੈਕਿੰਡ ਗੱਲ ਕਰਦਾ ਕਿ 4th ਟੂ ਕੰਟਰੋਲ ਲੈਂਡ ਰੈਵਨਿਊ, ਇਹ ਵੀ ਕਰਦਾ ਹੈਗਾ। ਲੇਕਿਨ ਬਸ ਹਲਕਾ ਜਿਹਾ ਫਰਕ ਕੀ ਹੈ, ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਜਦੋਂ ਡੀਐਮ ਹੁੰਦਾ, ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦਾ ਹੈ, ਤਾਂ ਉਹ ਕਿਸ ਚੀਜ਼ਾਂ ਦੀ ਪਾਵਰ ਰੱਖਦਾ? ਤਾਂ ਆਹ ਤਿੰਨਾਂ ਚੀਜ਼ਾਂ ਦੀ ਪਾਵਰ ਰੱਖਦਾ। ਲੇਕਿਨ ਐਜ਼ ਏ ਡਿਸਟ੍ਰਿਕਟ ਕਲੈਕਟਰ ਉਹਦੇ ਕੋਲ ਲੈਂਡ ਰੈਵਨਿਊ ਦੀ ਕੰਟਰੋਲ ਦੀ ਵੀ ਪਾਵਰ ਹੈ, ਲੇਕਿਨ ਡੀਐਮ ਦੇ ਕੋਲ ਨਹੀਂ ਹੈਗੀ ਇਹ ਪਾਵਰ। ਬਸ ਇਹੀ ਫਰਕ ਹੈ, ਇਹੀ ਸਮਝਣਾ ਸੀਗਾ ਕਿ ਪਹਿਲਾ, ਦੂਸਰਾ ਅਤੇ ਤੀਜਾ ਜਿਹੜਾ ਹੈਗਾ ਸਟੇਟਮੈਂਟ ਉਹ ਸਹੀ ਹੈ। ਐਜ਼ ਏ ਡੀਐਮ ਉਹਨੂੰ ਪਾਵਰ ਹੈ, ਲੇਕਿਨ ਐਜ਼ ਏ ਡੀਸੀ ਜੇਕਰ ਦੇਖੀਏ ਉਹਨੂੰ ਲੈਂਡ ਕੰਟਰੋਲ ਦੀ ਪਾਵਰ ਵੀ ਦਿੱਤੀ ਜਾਂਦੀ ਹੈ। ਆਪਸ਼ਨ ਨੰਬਰ ਏ ਜਿਹੜਾ ਇਹਦਾ ਸਹੀ ਆਨਸਰ ਹੋਏਗਾ। ਆਈ ਹੋਪ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ, ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਹ ਕੁਐਸਚਨ ਵੀ ਸ਼ਾਇਦ ਪਹਿਲੀ ਵਾਰੀ ਦੇਖਿਆ ਹੋਵੇ। ਨੈਕਸਟ ਕਹਿੰਦਾ ਦਾ ਕਮੇਟੀ ਵਿਚ ਰეკਮੈਂਡ ਏ 3-tier ਪੰਚਾਇਤੀ ਰਾਜ ਸਿਸਟਮ ਇਨ ਇੰਡੀਆ ਵਾਜ਼ ਅਸ਼ੋਕ ਰਾਏ ਮਹਿਤਾ ਕਮੇਟੀ, ਬਲਵੰਤ ਰਾਏ ਮਹਿਤਾ ਕਮੇਟੀ, GKV ਰਾਓ ਕਮੇਟੀ, LM ਸਿੰਘਵੀ ਕਮੇਟੀ। ਦੇਖੋ ਮੈਂ ਪੰਚਾਇਤ ਦੇ ਕੁਐਸਚਨ ਕਾਫੀ ਜ਼ਿਆਦਾ ਲੈ ਕੇ ਆ ਰਿਹਾ ਇਹਦੇ ਵਿੱਚ, ਕਿਉਂਕਿ ਪੰਚਾਇਤ ਦੇ ਕੁਐਸਚਨ ਹਰ ਪੇਪਰ 'ਚ ਦੇਖਣ ਨੂੰ ਮਿਲਦੇ ਨੇ ਅਤੇ ਥੋੜ੍ਹੇ ਡਿਫਰੈਂਟ ਹੁੰਦੇ ਨੇ, ਤਾਂ ਆਪਾਂ ਨੂੰ ਪਤਾ ਹੋਵੇਗਾ। ਕੋਈ ਆਹ ਸਿਸਟਮ ਜਿਹੜਾ ਹੈਗਾ 3-tier ਪੰਚਾਇਤ ਰਾਜ, ਆਪਾਂ ਨੂੰ ਪਤਾ ਹੈ ਕਿ ਵਿਲੇਜ ਲੈਵਲ 'ਤੇ ਗ੍ਰਾਮ ਪੰਚਾਇਤ ਹੋਊਗੀ, ਬਲੋਕ ਲੈਵਲ 'ਤੇ ਯਾਨੀ ਕਿ ਉਸ ਤੋਂ ਉੱਪਰ ਜਿਹੜਾ ਹੋਊਗਾ ਉਹ 'ਤੇ ਪੰਚਾਇਤ ਸਮਿਤੀ ਆ ਜਾਊਗੀ। ਜੇ ਡਿਸਟ੍ਰਿਕਟ ਲੈਵਲ ਦੀ ਗੱਲ ਕਰੀਏ ਜ਼ਿਲ੍ਹਾ ਪਰਿਸ਼ਦ,
ਜ਼ਿਲ੍ਹਾ ਪਰਿਸ਼ਦ ਜਿਹੜਾ ਹੋਊਗਾ ਉਹ ਟੋਪ ਲੈਵਲ ਦਾ ਹੋਊਗਾ, ਗ੍ਰਾਮ ਪੰਚਾਇਤ ਜਿਹੜਾ ਨਿਚਲਾ ਹੋਊਗਾ, ਅਤੇ ਜਿਹੜਾ ਇੰਟਰਮੀਡੀਏਟਰੀ ਹੈ ਉਹ ਪੰਚਾਇਤ ਸਮਿਤੀ ਹੋਊਗਾ। ਮੈਂ ਲਿਖ ਨਹੀਂ ਰਿਹਾ, ਦੱਸ ਰਿਹਾ ਤੁਹਾਨੂੰ ਪਤਾ ਵੀ ਹੋਏਗਾ, ਜੇ ਨਹੀਂ ਪਤਾ ਤਾਂ ਲਿਖਦੇ ਰਹੋ ਜੀ। ਮੈਂ ਬਹੁਤ ਹੀ ਹੌਲੀ ਬੋਲ ਰਿਹਾ, ਫਿਰ ਤੁਸੀਂ ਸਪੀਡ ਵੀ ਘੱਟ ਜ਼ਿਆਦਾ ਕਰ ਸਕਦੇ ਹੋ। ਮੇਰਾ ਬਟਨ ਤਾਂ ਤੁਹਾਡੇ ਹੱਥ 'ਚ ਹੁੰਦਾ ਹੀ ਹੈ ਜੀ। YouTube ਦੀ ਬਹੁਤ ਸਾਰੀ ਸੈਟਿੰਗ ਆ ਚੁੱਕੀ ਨੇ, ਕਾਫੀ ਅਪਡੇਟ ਹੋ ਗਿਆ, ਤਾਂ ਤੁਸੀਂ ਸਪੀਡ ਮੇਰੀ ਘੱਟ ਵੱਧ ਵੀ ਕਰ ਸਕਦੇ ਹੋ। ਅਤੇ ਜਿਹੜੀ ਚਾਰੋਂ ਕਮੇਟੀ ਨੇ ਨਾ, ਇਹ ਪੰਚਾਇਤੀ ਰਾਜ ਨਾਲ ਹੀ ਬਿਲੋਂਗ ਕਰਦੀਆਂ ਨੇ। ਲੇਕਿਨ ਜਿਸ ਕਮੇਟੀ ਨੂੰ ਰეკਮੈਂਡ ਕੀਤਾ ਸੀਗਾ ਜਿਸ ਕਮੇਟੀ ਨੇ, ਅਤੇ ਉਹਦਾ ਪਾਇਆ ਗਿਆ ਤਾਂ ਉਹ ਸੀਗਾ ਜੀ ਬਲਵੰਤ ਰਾਏ ਮਹਿਤਾ ਕਮੇਟੀ। ਇਸ ਕਮੇਟੀ ਨੇ ਜਿਹੜਾ 3 ਟਾਇਰ ਸਿਸਟਮ ਜਿਹੜਾ ਸੀਗਾ ਰეკਮੈਂਡ ਕੀਤਾ ਸੀਗਾ, ਹਾਲਾਂਕਿ ਗੌਰਮੈਂਟ ਨੇ ਵੀ ਆਹੀ ਅਡੋਪਟ ਕੀਤਾ। ਅਤੇ ਉਸ ਤੋਂ ਬਾਅਦ ਜਿਹੜਾ ਸੀ ਅਸ਼ੋਕ ਮਹਿਤਾ ਦੀ ਕਮੇਟੀ ਆਈ ਸੀਗੀ, ਉਹਨੇ 2 ਟਾਇਰ ਸਿਸਟਮ ਬਾਰੇ ਗੱਲ ਕਰੀ ਸੀਗੀ। ਹਾਂ, ਉਹ ਇੰਪਲੀਮੈਂਟ ਨਹੀਂ ਹੋਇਆ, ਦੈਟ ਇਜ਼ ਅ ਡਿਫਰੈਂਟ ਥਿੰਗ। ਲੇਕਿਨ ਜੀਕੇ ਦੇ ਲਈ ਕੁਐਸਚਨ ਬਣ ਸਕਦਾ ਹੈ ਕਿ ਅਸ਼ੋਕ ਮਹਿਤਾ ਕਮੇਟੀ ਨੇ ਕਿੰਨੇ ਟਾਇਰ ਦੀ ਰਿਕਮੈਂਡੇਸ਼ਨ ਕੀਤੀ ਸੀ? 2 ਟਾਇਰਸ ਦੀ ਕੀਤੀ ਸੀਗੀ। ਜੇ ਹੁਣ ਆਪਾਂ ਤੁਸੀਂ ਦੇਖੋਗੇ ਲਾਸਟ ਵੀਡੀਓ ਦੇ ਵਿੱਚ ਵੀ ਕੁਐਸਚਨ ਪੁੱਛਿਆ ਸੀਗਾ ਮੈਂ, ਤਾਂ ਸੇਮ ਉਹੀ ਕੁਐਸਚਨ ਆਇਆ ਹੈ ਕਿ ਜੀਕੇ ਵੀ ਰਾਓ ਨੇ ਜਿਹੜਾ ਸੀਗਾ ਐਗਜ਼ਿਸਟਿੰਗ ਐਡਮਿਨਿਸਟ੍ਰੇਟਰ ਅਰੇਂਜਮੈਂਟ ਸੀਗੇ ਰੂਰਲ ਡਿਵੈਲਪਮੈਂਟ ਦੇ, ਯਾਨੀ ਕਿ ਗ੍ਰਾਮ ਪੰਚਾਇਤ ਦੇ, ਉਹਨੂੰ ਹੀ ਇੰਪਰੂਵ ਕਰਨ ਲਈ ਕੀਤੀ ਸੀਗੀ। ਅਤੇ LIV ਸਿਗਵੀ ਨੇ ਵੀ ਜਿਹੜਾ ਸੀਗਾ ਇਸੇ ਲਈ ਪੰਚਾਇਤ ਰਾਜ ਲਈ ਸਿਸਟਮ ਲਈ ਕੰਮ ਕੀਤਾ ਸੀਗਾ। ਤਾਂ ਇਸ ਕੁਐਸਚਨ ਦਾ ਆਨਸਰ ਆਪਣੇ ਕੋਲ ਕੀ ਆ ਜਾਊਗਾ ਜੀ? ਆਪਸ਼ਨ ਨੰਬਰ B ਆ ਜਾਊਗਾ, ਬਲਵੰਤ ਰਾਏ ਮਹਿਤਾ ਕਮੇਟੀ। ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਮੈਨੂੰ ਫੋਲੋ ਨਹੀਂ ਕੀਤਾ ਹੈਗਾ ਤਾਂ ਵੀ ਰੈੱਡ ਬਟਨ 'ਤੇ ਕਲਿੱਕ ਕਰਕੇ ਫੋਲੋ ਕਰ ਲਓ। ਥੱਲੇ ਤੁਹਾਨੂੰ ਰੈੱਡ ਬਟਨ ਦਿਖੇਗਾ ਤਾਂ ਕਿ ਤੁਹਾਨੂੰ ਆਉਣ ਵਾਲੇ ਮੇਰੀ ਨਈ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਜੇਕਰ ਤੁਸੀਂ ਟੈਲੀਗ੍ਰਾਮ 'ਤੇ ਹੋ ਤਾਂ ਤੁਹਾਨੂੰ PDF ਚਾਹੀਦੀ ਹੈ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ 'ਤੇ ਫੋਲੋ ਕਰ ਸਕਦੇ ਹੋ। PDF ਤੁਹਾਨੂੰ ਟੈਲੀਗ੍ਰਾਮ 'ਤੇ ਹੀ ਮਿਲੇਗੀ। ਜੇਕਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਪੁੱਛ ਸਕਦੇ ਹੋ। ਤਿੰਨਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਗਏ ਨੇ। ਨੈਕਸਟ ਗੱਲ ਕਰਦੇ ਹਾਂ, ਦਾ ਪੰਚਾਇਤ ਰਾਜ ਸਿਸਟਮ ਵਾਜ਼ ਫਸਟ ਸਟਾਰਟਡ ਇਨ ਇੰਡੀਆ ਇਨ ਦਾ ਸਟੇਟ ਆਫ ਰਾਜਸਥਾਨ ਐਂਡ। ਦੇਖੋ ਇਹ ਕੁਐਸਚਨ ਬਹੁਤ ਵਾਰ ਆਉਂਦਾ ਹੈ ਕਿ ਪਹਿਲੀ ਵਾਰ ਪੰਚਾਇਤੀ ਰਾਜ ਸਿਸਟਮ ਕਿੱਥੇ ਸਟਾਰਟ ਹੋਇਆ? ਇਹ ਸਭ ਨੂੰ ਪਤਾ ਹੈ ਕਿ ਰਾਜਸਥਾਨ ਦੇ ਵਿੱਚ ਸਟਾਰਟ ਹੋਇਆ ਜੀ, ਸਭ ਨੂੰ ਪਤਾ ਹੈ, ਨਗੌਰ ਡਿਸਟ੍ਰਿਕਟ ਦੇ ਵਿੱਚ। ਲੇਕਿਨ ਜੇਕਰ ਮੈਂ ਸੈਕਿੰਡ ਪੁੱਛਣਾ ਸਟੇਟ ਵੀ ਕਿਹਨੇ ਇੰਪਲੀਮੈਂਟ ਕੀਤਾ ਜੀ, ਉਸ ਟਾਈਮ ਆਪਾਂ ਥੋੜ੍ਹੀ ਜਿਹੀ ਗੜਬੜੀ ਕਰ ਸਕਦੇ ਹਾਂ, ਕਿਉਂਕਿ ਇਹ ਕੁਐਸਚਨ ਰੇਅਰਲੀ ਪੁੱਛਿਆ ਜਾਊਗਾ, ਅਤੇ ਜੇ ਪੁੱਛਿਆ ਵੀ ਗਿਆ ਆਪਾਂ ਗਲਤ ਕਰਾਵਾਂਗੇ, ਕਿਉਂਕਿ ਇਹਦਾ ਆਨਸਰ ਕੀ ਹੈ ਜੀ? ਆਂਧਰਾ ਪ੍ਰਦੇਸ਼ ਹੈਗਾ। ਯਾਨੀ ਕਿ ਫਸਟ ਕਿਹਨੇ ਕੀਤਾ ਸੀਗਾ? ਰਾਜਸਥਾਨ ਦੇ ਨਗੌਰ ਡਿਸਟ੍ਰਿਕਟ ਦੇ ਵਿੱਚ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਨੇ ਇਹਨੂੰ ਇਸਟੈਬਲਿਸ਼, ਯਾਨੀ ਕਿ ਸੇਮ ਈਅਰ ਦੇ ਵਿੱਚ ਹੀ ਕਰਤਾ ਸੀਗਾ 1959। ਅਤੇ ਇਹ ਉਦੋਂ ਕੀਤਾ ਗਿਆ ਸੀਗਾ ਜਦੋਂ ਐਕਟ ਪਾਸ ਨਹੀਂ ਹੋਇਆ ਸੀਗਾ। ਇਹ ਐਕਟ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀਗਾ, ਕਿਉਂਕਿ 1992 ਦੇ ਵਿੱਚ ਤਾਂ ਐਕਟ ਪਾਸ ਹੋਇਆ ਸੀਗਾ। ਇਹ 1959 ਦੇ ਵਿੱਚ ਇੰਪਲੀਮੈਂਟ ਕਰੀ ਬੈਠੇ ਨੇ, ਕਿਉਂਕਿ ਹਰ ਸਟੇਟ ਦੇ ਨਾਲ ਆਪਣੀ ਪਾਵਰ ਹੈ ਕਿ ਉਹ 3 ਟਾਇਰ ਸਿਸਟਮ ਰੱਖਣਾ ਚਾਹੁੰਦਾ ਹੈ, 4 ਟਾਇਰ ਸਿਸਟਮ ਰੱਖਣਾ ਚਾਹੁੰਦਾ ਹੈ, 2 ਟਾਇਰ ਸਿਸਟਮ ਰੱਖਣਾ ਚਾਹੁੰਦਾ ਹੈ। ਉਹ ਡਿਪੈਂਡ ਕਰਦਾ ਸਟੇਟ ਟੂ ਸਟੇਟ ਵੈਰੀ ਕਰਦਾ ਹੈਗਾ। ਲੇਕਿਨ ਜੇਕਰ ਮੈਂ ਐਕਟ ਪਾਸ ਹੋਣ ਤੋਂ ਵੀ ਪਹਿਲਾਂ ਇੰਪਲੀਮੈਂਟੇਸ਼ਨ ਦੀ ਗੱਲ ਕਰਾਂ ਤਾਂ ਰਾਜਸਥਾਨ ਸੀਗਾ, ਫਿਰ ਸੀਗਾ ਆਂਧਰਾ ਪ੍ਰਦੇਸ਼। ਲੇਕਿਨ ਜੇਕਰ ਕੁਐਸਚਨ ਇਹ ਪੁੱਛਿਆ ਜਾਵੇ ਕਿ ਜਦੋਂ ਐਕਟ ਪਾਸ ਹੋਇਆ ਸੀਗਾ, ਐਜ਼ ਇਟ ਇਜ਼ ਜਿਹੜਾ ਐਕਟ ਪਾਸ ਹੋਇਆ, ਉਹ ਐਕਟ ਦੇ ਮੁਤਾਬਿਕ ਇੰਪਲੀਮੈਂਟ ਕਰਨ ਵਾਲਾ ਪਹਿਲਾ ਸਟੇਟ ਕਿਹੜਾ ਸੀਗਾ? ਤਾਂ ਉਹ ਸੀਗਾ ਜੀ ਮੱਧ ਪ੍ਰਦੇਸ਼। ਦੇਖੋ ਹੁਣ ਕੁਐਸਚਨ 3 ਬਣ ਗਏ। ਫਸਟ ਕਿਹੜਾ ਸੀਗਾ? ਰਾਜਸਥਾਨ। ਸੈਕਿੰਡ ਆਂਧਰਾ ਪ੍ਰਦੇਸ਼। ਲੇਕਿਨ ਜੇਕਰ ਮੈਂ ਐਜ਼ ਪਰ ਕੌਨਸਟੀਟਿਊਸ਼ਨ ਗੱਲ ਕਰਾਂ, ਜਦੋਂ ਐਕਟ ਪਾਸ ਹੋਇਆ ਫਿਰ ਇੰਪਲੀਮੈਂਟ ਕਰਨ ਵਾਲਾ ਪਹਿਲਾ ਰਾਜ ਸੀਗਾ ਮੱਧ ਪ੍ਰਦੇਸ਼। ਨੈਕਸਟ ਗੱਲ ਕਰਦਾ ਦਾ ਟੈਨਿਓਰ ਆਫ ਐਵਰੀ ਪੰਚਾਇਤ ਇਨ ਇੰਡੀਆ ਇਜ਼ 5 ਈਅਰ ਫਰੋਮ। ਦੇਖੋ ਆ ਤਾਂ ਆਪਾਂ ਨੂੰ ਪਤਾ ਹੈ ਕਿ ਪੰਚਾਇਤ ਦਾ ਜਿਹੜਾ ਟਰਮ ਹੈ ਉਹ 5 ਸਾਲਾਂ ਦਾ ਹੈ। ਲੇਕਿਨ ਉਹ 5 ਸਾਲ ਕਦੋਂ ਸ਼ੁਰੂ ਹੁੰਦੇ ਨੇ? ਕਿ ਉਹ ਜਦੋਂ ਪਹਿਲੀ ਮੀਟਿੰਗ ਹੁੰਦੀ ਹੈ ਪੰਚਾਇਤ ਦੀ, ਨਵੀਂ ਚੁਣੀ ਹੋਈ ਪੰਚਾਇਤ ਦੀ, ਉਦੋਂ ਸਟਾਰਟ ਹੁੰਦਾ ਹੈ, ਜਾਂ ਫਿਰ ਇਲੈਕਸ਼ਨ ਦੀ ਡੇਟ ਆਉਂਦੀ ਹੈ, ਨੋਟੀਫਿਕੇਸ਼ਨ ਆਉਂਦੀ ਹੈ, ਉਦੋਂ ਸ਼ੁਰੂ ਹੁੰਦਾ 5 ਸਾਲ, ਜਾਂ ਫਿਰ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਸ਼ੁਰੂ ਹੁੰਦਾ ਹੈ, ਜਾਂ ਫਿਰ ਓਥ ਲੈਣ ਤੋਂ ਬਾਅਦ। ਦੇਖੋ ਜੀ ਇਹ ਤਾਂ ਕਾਮਨ ਸੈਂਸ ਹੈ ਜੀ। ਆ ਆਪਸ਼ਨ ਨੰਬਰ B ਅਤੇ C ਤਾਂ ਨਹੀਂ ਹੋ ਸਕਦੇ। ਆਪਸ਼ਨ ਨੰਬਰ A ਜਾਂ D ਦੇ ਵਿੱਚ ਆਨਸਰ ਆਊਗਾ ਕਿ ਜਦੋਂ ਸ਼ਪਥ ਲੈਂਦੇ ਨੇ ਮੈਂਬਰ ਉਹਦੀ, ਉਦੋਂ ਸ਼ੁਰੂ ਹੁੰਦਾ ਹੈ, ਫਿਰ ਫਸਟ ਮੀਟਿੰਗ। ਦੇਖੋ ਜੀ ਜਿਹੜਾ 5 ਈਅਰ ਟਰਮ ਹੈ ਉਹ ਪਹਿਲੀ ਮੀਟਿੰਗ ਦੇ ਦੌਰਾਨ ਸ਼ੁਰੂ ਹੁੰਦਾ, ਯਾਨੀ ਕਿ ਜਿੱਦਾਂ ਹੀ ਪੰਚਾਇਤ ਦੀ ਨਵੀਂ ਚੁਣੀ ਹੋਈ ਦੀ ਪਹਿਲੀ ਮੀਟਿੰਗ ਬੈਠੂਗੀ, ਉਹਨਾਂ ਦਾ ਕਾਰਜਕਾਲ ਸ਼ੁਰੂ ਹੋ ਜਾਊਗਾ, ਜੋ ਕਿ 5 ਸਾਲਾਂ ਦਾ ਹੋਊਗਾ। ਅਤੇ ਉਹ ਤੋਂ ਪਹਿਲਾਂ ਵੀ ਡਿਜ਼ੋਲਵ ਹੋ ਸਕਦੀ ਹੈ, 5 ਸਾਲਾਂ ਤੋਂ ਪਹਿਲਾਂ ਵੀ। ਉਸ ਕੇਸ ਦੇ ਵਿੱਚ ਫਿਰ 6 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਦੁਬਾਰਾ ਹੋਣਗੇ। ਅਤੇ ਇਹ ਗੱਲ ਕੌਣ ਕਹਿੰਦਾ ਜੀ? ਆਰਟੀਕਲ ਨੰਬਰ 243E ਕਿ 5 ਸਾਲ ਦਾ ਟਰਮ ਹੋਏਗਾ। ਅਤੇ ਜੇਕਰ 5 ਸਾਲ ਤੋਂ ਕੰਪਲੀਟ ਹੋਣ ਤੋਂ ਪਹਿਲਾਂ ਮੈਂ ਦੱਸ ਚੁੱਕਿਆ ਕਿ 6 ਮਹੀਨੇ ਦੇ ਵਿੱਚ ਇਲੈਕਸ਼ਨ ਹੋ ਜਾਣੇ ਚਾਹੀਦੇ ਨੇ। ਨੈਕਸਟ ਗੱਲ ਕਰਦਾ ਵਿਚ ਆਫ ਦਾ ਫੋਲੋਇੰਗ ਬੀਅਰਸ ਦਾ ਰਿਸਪੋਂਸਿਬਿਲਿਟੀ ਆਫ ਪਲਾਨਿੰਗ, ਐਗਜ਼ੀਕਿਊਸ਼ਨ ਐਂਡ ਇੰਪਲੀਮੈਂਟੇਸ਼ਨ ਆਫ ਮਨਰੇਗਾ ਸਕੀਮ। ਮਨਰੇਗਾ ਸਕੀਮ ਬਾਰੇ ਆਪਾਂ ਸਾਰੇ ਜਾਣਦੇ ਹਾਂ, ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ ਹੈਗਾ। ਤਾਂ ਰਿਸਪੋਂਸਿਬਿਲਿਟੀ ਕਿਹਦੀ ਹੈ ਇਹਦੀ? ਤਾਂ ਇਹ ਰਿਸਪੋਂਸਿਬਿਲਿਟੀ ਹੈ ਜੀ ਗ੍ਰਾਮ ਪੰਚਾਇਤ ਦੀ। ਦੇਖੋ ਥੋੜ੍ਹਾ ਜਿਹਾ ਦੇਖਣ ਵਾਲੀ ਗੱਲ ਇਹ ਹੈ ਕਿ ਹੋਊਗਾ ਕੀ, ਗ੍ਰਾਮ ਪੰਚਾਇਤ ਕੀ ਕਰੂਗਾ? ਪ੍ਰਪੇਅਰ ਕਰੂਗਾ ਡਿਵੈਲਪਮੈਂਟ ਸਕੀਮ ਨੂੰ ਅਤੇ ਇੰਪਲੀਮੈਂਟੇਸ਼ਨ ਅਤੇ ਐਗਜ਼ੀਕਿਊਟਿਵ ਲਈ। ਲੇਕਿਨ ਕਿਹਦੀ ਰეკਮੈਂਡੇਸ਼ਨ ਕੰਸੀਡਰ ਕਰੇਗਾ? ਗ੍ਰਾਮ ਸਭਾ ਦੀ ਕਰੇਗਾ। ਲੇਕਿਨ ਕਰੇਗਾ ਕੌਣ? ਉਹ ਗ੍ਰਾਮ ਪੰਚਾਇਤ ਹੀ ਕਰੇਗਾ। ਆਪਸ਼ਨ ਨੰਬਰ B ਇਹਦਾ ਸਹੀ ਆਨਸਰ ਹੋਏਗਾ ਜੀ। ਹਾਲਾਂਕਿ ਮੈਂ ਹੋਰ ਵੀ ਕੁਐਸਚਨ ਡਿਸਕਸ ਕਰਨਾ ਚਾਹੁੰਦਾ ਸੀਗਾ ਜੀ, ਟਾਈਮ ਆਪਣੇ ਕੋਲ ਘੱਟ ਹੈਗਾ, ਅਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ, ਅਤੇ ਜਲਦੀ ਲੈ ਕੇ ਆਵਾਂਗਾ ਨੈਕਸਟ ਵੀਡੀਓ ਵੀ ਮੈਂ। ਇਸ ਕੋਈ ਵੀਡੀਓ ਬਣਾਉਣ ਲਈ ਕਾਫੀ ਜ਼ਿਆਦਾ ਟਾਈਮ ਲੱਗਿਆ ਸੀਗਾ, ਕਿਉਂਕਿ ਕੁਐਸਚਨ ਵੀ ਦੇਖਣੇ ਪੈਂਦੇ ਨੇ, ਐਵੇਂ ਨਹੀਂ ਵੀ ਕੁਛ ਵੀ ਚੱਕਿਆ ਅਤੇ ਪੜ੍ਹਾ ਦਿੱਤਾ।
ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ, ਜੇ ਤੁਹਾਨੂੰ ਸਮਝ ਆਇਆ ਹੋਵੇ ਤਾਂ ਸ਼ੇਅਰ ਵੀ ਕਰਿਓ ਸੋ ਦੈਟ ਕਿ ਹੋਰ ਨਵੇਂ ਬੱਚੇ ਆਪਣੇ ਨਾਲ ਜੁੜ ਪਾਉਣ। ਤੇ ਲਾਈਕ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ, ਇਹਦੇ ਨਾਲ ਮੋਟੀਵੇਸ਼ਨ ਮਿਲਦੀ ਹੈ। ਤੇ ਜੇਕਰ ਤੁਹਾਡੀ ਕੋਈ ਸੁਜੈਸ਼ਨ ਹੈ ਮੈਂ ਕਿਸੇ ਪਾਰਟਿਕੂਲਰ ਟੌਪਿਕ ਤੇ ਵੀਡੀਓ ਬਣਾਵਾਂ ਤਾਂ ਤੁਹਾਡੀ ਸੁਜੈਸ਼ਨਸ ਦਾ ਵੈਲਕਮ ਹੈ। ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਖੁੱਲ੍ਹ ਕੇ ਬੋਲ ਸਕਦੇ ਹੋ, ਕਿਉਂਕਿ ਇੱਥੇ ਤੁਹਾਨੂੰ ਕੋਈ ਕਹਿਣ ਵਾਲਾ ਨਹੀਂ ਹੈਗਾ ਹਾਏ ਇਹ ਵੀ ਨਹੀਂ ਪਤਾ ਹੈਗਾ। ਮਤਲਬ ਸ਼ਰਮ ਫੀਲ ਨਹੀਂ ਕਰਨੀ ਆਪਾਂ ਨੂੰ, ਜੇ ਨਹੀਂ ਪਤਾ ਤਾਂ ਹੀ ਤਾਂ ਪੜ੍ਹ ਰਹੇ ਹਾਂ, ਜੇ ਪਤਾ ਹੁੰਦਾ ਜੀ ਕਿਤੇ ਨਾ ਕਿਤੇ ਆਪਾਂ ਅਫਸਰ ਲੱਗੇ ਹੁੰਦੇ। ਸੋ ਥੈਂਕਸ ਫॉर ਵਾਚਿੰਗ ਜੀ, ਜਲਦੀ ਮਿਲਾਂਗੇ। ਜੈ ਹਿੰਦ। ਉਦੋਂ ਤੱਕ ਤੁਸੀਂ ਪੜ੍ਹਦੇ ਰਹੋ, ਪੇਪਰ ਬਿਲਕੁਲ ਸਿਰ ਤੇ ਆ। ਬਾਏ ਬਾਏ, ਜੈ ਹਿੰਦ, ਟੇਕ ਕੇਅਰ।